ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਪਤਿਤ ਉਦਾਹਰਨ ਸਤਿਗੁਰ ਮੇਰਾ। ਮੋਹੇ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ। ਸੁਣ ਨਾਨਕ ਕੀ ਅਰਦਾਸਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ, ਵਾਲੀਏ ਕੁਲ ਆਲਮ ਗਿਆਨ ਦੇ ਸਾਗਰ, ਗੁਰਬਾਣੀ ਦੇ ਮੁਜੱਸਮੇ, ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸ਼ਸ਼ੋਭਤ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ। ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹਾਂ। ਸਾਧ ਸੰਗਤ ਸਿੱਖ ਧਰਮ ਦੇ ਅੰਦਰ, ਗੁਰਬਾਣੀ ਦੇ ਅੰਦਰ ਸਤ ਸੰਗਤ ਦੀ ਬੜੀ ਮਹਾਨਤਾ ਹੈ। ਜਦੋਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸਤ ਸੰਗਤ ਦੇ ਪਰਥਾਏ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਏਕ ਪਲਕ
ਸੁਖ ਸਹਿਜ ਸਮਾਗਮ ਕੋਟ ਬੈਕੁੰਠੈ ਪਾਏ। ਸਾਧ ਸੰਗਤ ਪਲਕ ਕਹਿੰਦੇ ਨੇ ਅੱਖ ਝਮਕਣ ਜਿਤਨਾ ਸਮਾਂ। ਮਹਾਰਾਜ ਕਹਿੰਦੇ ਨੇ ਕੋਈ ਪਿਆਰ ਦੇ ਨਾਲ, ਕੋਈ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਅੱਖ ਝਮਕਣ ਜਿਤਨਾ ਸਮਾਂ ਗੁਰੂ ਕੋਲ ਬੈਠ ਜਾਵੇ, ਸੰਗਤ ਕਰ ਲਵੇ। ਮਹਾਰਾਜ ਕਹਿੰਦੇ ਨੇ ਗੁਰੂ ਉਹਦੀ ਜ਼ਿੰਦਗੀ ਸਵਰਗ ਬਣਾ ਦਿੰਦਾ ਹੈ। ਸਵਰਗ, ਗੁਰੂ ਉਹਦੀ ਜ਼ਿੰਦਗੀ ਸਵਰਗ ਬਣਾ ਦਿੰਦਾ ਹੈ। ਅਸੀਂ ਬਹੁਤ ਭਾਗਾਂ ਵਾਲੇ ਆ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਅਸੀਂ ਬਹੁਤ ਭਾਗਾਂ ਵਾਲੇ ਆ, ਸਾਨੂੰ ਸਤ ਸੰਗਤ ਦੀਆਂ ਇਹ ਘੜੀਆਂ ਨਸੀਬ ਹੋਈਆਂ ਹਨ। ਸਾਧ ਸੰਗਤ, ਅੱਜ ਅਸੀਂ ਸਾਰੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਜ਼ਿਕਰ ਦੇ ਟੋਟਿਆਂ, ਉਹਨਾਂ ਫਰਜ਼ੰਦਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਆ, ਜਿਨ੍ਹਾਂ ਬਾਰੇ ਹਕੀਮ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ, हिंद में एक तीरथ है यात्रा के लिए, कटाए बाप ने बच्चे जहां खुदा के लिए। मेहर की चमक है चमकौर तेरे जरों में, जहां से सितारे बन के गए क्षमा के लिए। आज आप सरबत संगतां दूसरे दिन दे दीवाना दे विच हाजरियां भर रहे हो, गुरु साहब दीयां खुशियां प्राप्त कर रहे हो। मेरे तो पहला सिख कौम दे महान ढाडी, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਢਾਡੀ ਭਾਈ ਸਤਪਾਲ ਸਿੰਘ ਜੀ ਐਮਏ, ਜਿਨ੍ਹਾਂ ਨੇ ਆਪ ਸਰਬੱਤ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦਾ, ਕਲਗੀਧਰ ਦੇ ਛੋਟੇ ਲਾਲਾਂ ਦਾ ਇਤਿਹਾਸ ਸਰਵਣ ਕਰਵਾਇਆ। ਤੇ ਆਪਾਂ ਸਾਰਿਆਂ ਨੇ ਭਾਈ ਸਾਹਿਬ ਹੁਣਾਂ ਪਾਸੋਂ ਬੜੇ ਹੀ ਪਿਆਰ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਦਾ ਇਤਿਹਾਸ ਜਿਹੜਾ ਏ ਉਹ ਸਰਵਣ ਕੀਤਾ ਹੈ। ਸਾਧ ਸੰਗਤ, ਜਿੱਥੋਂ ਦਾਸ ਨੇ ਸਵੇਰ ਦੇ ਦੀਵਾਨਾਂ ਦੇ ਵਿੱਚ ਇਤਿਹਾਸ ਦੀ ਲੜੀ ਛੱਡੀ ਸੀ, ਉੱਥੋਂ ਹੀ ਦਾਸ ਨੇ ਹੁਣ ਇਤਿਹਾਸ ਦੀ ਲੜੀ ਜਿਹੜੀ ਹੈ ਉਹ ਪ੍ਰਾਰੰਭ ਕਰਨੀ ਹੈ। ਸਵੇਰ ਦੇ ਦੀਵਾਨਾਂ ਦੇ ਵਿੱਚ ਕਿਉਂਕਿ ਸੰਗਤ ਨਵੀਂ ਬੈਠੀ ਹੈ, ਇਸ ਕਰਕੇ ਥੋੜਾ ਜਿਹਾ ਮੈਂ ਧਿਆਨ ਦੇ ਵਿੱਚ ਲਿਆ ਦੇਵਾਂ। ਸਵੇਰ ਦੇ ਦੀਵਾਨਾਂ ਦੇ ਵਿੱਚ ਮੈਂ ਬੇਨਤੀ ਸਾਂਝੀ ਕੀਤੀ ਸੀ ਕਿ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਲਗਭਗ ਉਹ ਘੇਰਾ 7 ਮਹੀਨੇ ਚੱਲਿਆ। ਮੁਗਲਾਂ ਤੇ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ, ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਆਨੰਦਪੁਰ ਨੂੰ ਖਾਲੀ ਕਰ ਦਿਓ। ਆਨੰਦਪੁਰ ਨੂੰ ਖਾਲੀ ਕਰਕੇ ਮਹਾਰਾਜ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਐਤਬਾਰ ਕਰਕੇ ਅੱਧੀ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ। ਸਾਧ ਸੰਗਤ, ਇਸ ਤੋਂ ਅਗਲੇਰੀਆਂ ਵਿਚਾਰਾਂ ਦਾਸ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਮੈਂ ਬੇਨਤੀ ਕਰਾਂ, ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ। ਮੈਂ ਸਵੇਰੇ ਵੀ ਇੱਕ ਬੇਨਤੀ ਕੀਤੀ ਸੀ ਵੀ ਕਥਾ ਵਾਸਤੇ ਇੱਕ ਮਾਹੌਲ ਚਾਹੀਦਾ ਹੈ। ਜਿੰਨਾ ਚਿਰ ਉਹ ਮਾਹੌਲ ਨਾ ਬਣੇ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ, ਨਾ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ, ਨਾ ਬਕਤੇ ਨੂੰ ਆਨੰਦ ਆਉਂਦਾ ਤੇ ਨਾ ਸਰੋਤਿਆਂ ਨੂੰ ਆਨੰਦ ਆਉਂਦਾ। ਸਾਧ ਸੰਗਤ, ਅਸੀਂ ਉਹ ਮਾਹੌਲ ਬਣਾਉਣਾ ਹੈ, ਅਸੀਂ ਉਹ ਮਾਹੌਲ ਬਣਾਉਣਾ ਹੈ ਤਾਂ ਜੋ ਮੈਨੂੰ ਇਤਿਹਾਸ ਕਹਿਣ ਦਾ ਤੇ ਤੁਹਾਨੂੰ ਇਤਿਹਾਸ ਸੁਣਨ ਦਾ ਆਨੰਦ ਆਵੇ, ਤੁਹਾਨੂੰ ਸਮਝ ਲੱਗ ਸਕੇ ਕਿ ਭਾਈ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ। ਸੋ ਆਓ ਭਾਗਾਂ ਵਾਲਿਓ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ।
ਇੱਕੋ ਵਾਰੀ ਕਹਿਣ ਤੇ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਤੁਸੀਂ ਕਾਫੀ ਸਮੇਂ ਤੋਂ ਚੌਂਕੜੇ ਮਾਰ ਕੇ ਬੈਠੇ ਹੋ ਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਜੀ ਤੁਹਾਡਾ। ਲਗਭਗ 9:20 ਹੋ ਚੁੱਕੇ ਨੇ ਤੇ ਵੱਧ ਤੋਂ ਵੱਧ 10:05 ਜਾਂ 10 ਮਿੰਟ ਤੱਕ ਮੈਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਤੇ ਮੈਂ ਨਾ ਇਤਿਹਾਸ ਨੂੰ ਇੱਕ ਲੜੀ ਦੇ ਵਿੱਚ ਪਰੋਣਾ ਹੈ, ਇਤਿਹਾਸ ਨੂੰ ਲੜੀ ਦੇ ਵਿੱਚ ਪਰੋਣਾ ਹੈ। ਤੇ ਸਾਧ ਸੰਗਤ, ਜਿੱਦਾਂ ਜਿੱਦਾਂ ਮੈਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ ਨਾ, ਉਦਾਂ ਉਦਾਂ ਤੁਹਾਡਾ ਧਿਆਨ, ਤੁਹਾਡੀ ਸੁਰਤ ਜਿਹੜੀ ਏ ਉਹ ਇਤਿਹਾਸ ਦੇ ਨਾਲ ਨਾਲ ਚੱਲਣੀ ਚਾਹੀਦੀ ਹੈ, ਇਤਿਹਾਸ ਦੇ ਨਾਲ ਨਾਲ ਚੱਲਣੀ ਚਾਹੀਦੀ ਹੈ। ਕਈ ਵਾਰੀ ਧੀ ਪੁੱਤ ਕਿਤੇ ਦੂਰ ਗਿਆ ਹੋਵੇ ਨਾ, ਧੀ ਪੁੱਤ ਕਿਤੇ ਦੂਰ ਗਿਆ ਹੋਵੇ ਤੇ ਮਾਂ ਪਿਓ ਬਾਰ-ਬਾਰ ਫੋਨ ਕਰਕੇ ਪੁੱਛਦੇ ਨੇ, ਬੇਟਾ ਜੀ ਕਿੱਥੇ ਕੁ ਪਹੁੰਚ ਗਏ ਹੋ, ਬੇਟਾ ਜੀ ਕਿੱਥੇ ਕੁ ਪਹੁੰਚ ਗਏ ਹੋ, ਕਿੰਨੇ ਕੁ ਸਮੇਂ ਤੱਕ ਤੁਸੀਂ ਪਹੁੰਚ ਜਾਣਾ ਹੈ। ਜਿੱਦਾਂ ਸਾਧ ਸੰਗਤ ਧੀ ਪੁੱਤ ਘਰੋਂ ਜਾਵੇ ਤੇ ਮਾਂ ਪਿਓ ਦਾ ਧਿਆਨ, ਮਾਂ ਪਿਓ ਦੀ ਸੁਰਤ ਆਪਣੇ ਬੱਚਿਆਂ ਦੇ ਵਿੱਚ ਹੁੰਦੀ ਏ ਵੀ ਸਾਡੇ ਬੱਚੇ ਜਿੱਥੇ ਜਾ ਰਹੇ ਨੇ ਸਹੀ ਸਲਾਮਤ ਉੱਥੇ ਪਹੁੰਚ ਜਾਣ। ਇਦਾਂ ਹੀ ਸਾਡਾ ਧਿਆਨ, ਸਾਡੀ ਸੁਰਤ ਇਤਿਹਾਸ ਦੀ ਲੜੀ ਦੇ ਨਾਲ ਚੱਲਣੀ ਚਾਹੀਦੀ ਹੈ, ਇਤਿਹਾਸ ਦੀ ਲੜੀ ਦੇ ਨਾਲ ਚੱਲਣੀ ਚਾਹੀਦੀ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਤੁਸੀਂ ਸਾਰੇ ਆਨੰਦਪੁਰ ਸਾਹਿਬ ਗਏ ਹੋ ਜੀ ਭਾਗਾਂ ਵਾਲਿਓ, ਬੋਲ ਕੇ ਦੱਸੋ ਆਨੰਦਪੁਰ ਸਾਹਿਬ ਗਏ ਹੋ, ਦਰਸ਼ਨ ਕੀਤੇ ਨੇ? ਜਿਨ੍ਹਾਂ ਕੀਤੇ ਬੜੀ ਵਧੀਆ ਗੱਲ ਹੈ। ਜਿਹੜੇ ਆਨੰਦਪੁਰ ਸਾਹਿਬ ਨਹੀਂ ਨਾ ਗਏ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਆਨੰਦਪੁਰ ਸਾਹਿਬ ਜ਼ਰੂਰ ਜਾਓ, ਮਾਛੀਵਾੜੇ ਜ਼ਰੂਰ ਜਾਓ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜ਼ਰੂਰ ਜਾਓ, ਚਮਕੌਰ ਦੀ ਧਰਤੀ ਤੇ ਜ਼ਰੂਰ ਜਾਓ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜ਼ਰੂਰ ਜਾਓ, ਸਾਬੋ ਕੀ ਤਲਵੰਡੀ ਦੇ ਧਰਤੀ ਤੇ ਜ਼ਰੂਰ ਜਾਓ, ਤਰਨਤਾਰਨ ਸਾਹਿਬ ਦੀ ਧਰਤੀ ਤੇ ਜ਼ਰੂਰ ਜਾਓ। ਭਾਗਾਂ ਵਾਲਿਓ, ਇਹ ਸਾਡੇ ਇਤਿਹਾਸਕ ਸਥਾਨ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ 52 ਹੁਕਮਾਂ ਦੇ ਵਿੱਚ ਲਿਖਦੇ ਨੇ ਵੀ ਗੁਰਸਿੱਖ ਦਾ ਇਹ ਮੁੱਢਲਾ ਫਰਜ਼ ਹੈ ਉਹ ਆਪਣੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੇ, ਦਰਸ਼ਨ ਦੀਦਾਰੇ ਕਰੇ। ਸਿੱਖ ਆਪਣੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰੇ। ਹੁਣ ਸਾਧ ਸੰਗਤ, ਤੁਸੀਂ ਸਾਰੇ ਆਪਣਾ ਧਿਆਨ ਆਨੰਦਪੁਰ ਸਾਹਿਬ ਲੈ ਕੇ ਜਾਓ। ਆਨੰਦਪੁਰ ਸਾਹਿਬ ਦੀ ਧਰਤੀ ਹੈ, ਅੱਧੀ ਰਾਤ ਹੋਈ ਹੈ, ਕੜਾਕੇ ਦੀ ਠੰਡ ਹੈ, ਕਹਿਰਾਂ ਦੀ ਠੰਡ ਹੈ ਤੇ ਅੱਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਨੂੰ ਛੱਡਣਾ ਹੈ। ਤੇ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਜਿੱਥੇ ਬੰਦਾ ਰਹਿੰਦਾ ਹੋਵੇ, ਜਿੱਥੇ ਬੰਦੇ ਨੇ ਆਪਣਾ ਬਚਪਨ ਬਤੀਤ ਕੀਤਾ ਹੋਵੇ, ਬਚਪਨ ਬਿਤਾਇਆ ਹੋਵੇ, ਜਿਸ ਜਗ੍ਹਾ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਣ, ਜਿਸ ਜਗ੍ਹਾ ਨਾਲ ਸਾਡਾ ਪਿਆਰ ਹੋਵੇ, ਭਾਗਾਂ ਵਾਲਿਓ ਕਿਸੇ ਕਾਰਨ ਕਰਕੇ ਸਾਨੂੰ ਉਹ ਜਗ੍ਹਾ ਛੱਡਣੀ ਪੈ ਜਾਵੇ, ਮਹਿਸੂਸ ਕਰਕੇ ਵੇਖੋ ਸਾਡੇ ਦਿਲ ਦੇ ਉੱਤੇ ਕੀ ਬੀਤੇਗੀ। ਭਾਗਾਂ ਵਾਲਿਓ, ਅੱਧੀ ਰਾਤ ਹੋਈ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਨੂੰ ਖਾਲੀ ਕਰਦੇ ਨੇ, ਆਨੰਦਪੁਰ ਨੂੰ ਛੱਡਦੇ ਨੇ। ਤੇ ਜਿਹੜੇ ਕਹਿੰਦੇ ਸੀ ਮਹਾਰਾਜ ਆਨੰਦਪੁਰ ਛੱਡ ਕੇ ਚਲੇ ਜਾਓ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਕਿ ਤਸ਼ਰੀਫ ਦਰਕਸ਼ ਬਾ ਕਾਂਗੜ ਕੁਨਦ ਵਜ੍ਹਾ ਬਸ ਮੁਲਾਕਾਤ ਕੇ ਬਾਹਮ ਸ਼ਬਦ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਛੱਡ ਕੇ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਸੱਚ ਜਾਣਿਓ ਭਾਗਾਂ ਵਾਲਿਓ, ਜਿਉਂ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਸਮੇਤ ਆਨੰਦਪੁਰ ਦੇ ਵਿੱਚੋਂ ਬਾਹਰ ਨਿਕਲਦੇ ਨੇ, ਉਹਨਾਂ ਪਹਾੜੀਆਂ ਨੇ ਤੇ ਉਹਨਾਂ ਮੁਗਲਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਤੇ ਹਮਲਾ ਕਰ ਦਿੱਤਾ, ਮਹਾਰਾਜ ਦੇ ਉੱਤੇ ਹੱਲਾ ਬੋਲ ਦਿੱਤਾ। ਸੱਚ ਜਾਣਿਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਨੇ ਤੇ ਕੁਝ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਨੇ।
ਵਿਚਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਹੈ ਤੇ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਨੇ ਬਾਬਾ ਅਜੀਤ ਸਿੰਘ ਸਾਹਿਬ ਤੇ ਬਾਬਾ ਜੁਝਾਰ ਸਿੰਘ ਸਾਹਿਬ ਤੇ ਨਾਲ ਕੁਝ ਸਿੰਘ ਨੇ। ਹੁਣ ਵੇਖੋ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਵੱਡੇ ਫਰਜ਼ੰਦਾਂ ਨੂੰ ਮਹਾਰਾਜ ਨੇ ਅੱਗੇ ਨਹੀਂ, ਬਲਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਵੱਡੇ ਫਰਜ਼ੰਦਾਂ ਨੂੰ ਪਿੱਛੇ ਰੱਖਿਆ, ਕਿਉਂਕਿ ਹਮਲਾ ਅੱਗੋਂ ਨਹੀਂ, ਹਮਲਾ ਪਿਛਲੇ ਪਾਸੇ ਤੋਂ ਹੋਣਾ ਹੈ। ਤੇ ਕੱਲ ਨੂੰ ਕੋਈ ਇਹ ਨਾ ਕਵੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਖਾਲੀ ਕੀਤਾ, ਮਹਾਰਾਜ ਨੇ ਪਿੱਛੇ ਸਿੰਘ ਛੱਡ ਦਿੱਤੇ ਮਰਵਾਉਣ ਵਾਸਤੇ ਤੇ ਆਪਣੇ ਚਾਰੇ ਪੁੱਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੱਗੇ ਨੂੰ ਲਾ ਲਏ। ਧਿਆਨ ਦੇਣਾ ਸਾਧ ਸੰਗਤ, ਅੱਧੀ ਰਾਤ ਦਾ ਸਮਾਂ ਹੈ। ਅੱਜ 7 ਮਹੀਨੇ ਹੋ ਗਏ ਨੇ, 7 ਮਹੀਨੇ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੁਝ ਖਾਧਾ ਹੈ, ਨਾ ਕਲਗੀਧਰ ਦੇ ਫਰਜ਼ੰਦਾਂ ਨੇ ਕੁਝ ਖਾਧਾ ਹੈ, ਨਾ ਜਾਣ ਤੋਂ ਪਿਆਰੇ ਸਿੰਘਾਂ ਨੇ ਕੁਝ ਖਾਧਾ ਏ, ਤੇ ਨਾਲ ਨਾ ਉਹਨਾਂ ਮਾਤਾਵਾਂ ਨੇ ਕੁਝ ਖਾਧਾ, ਜਿਹੜੀਆਂ ਮਾਤਾਵਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਨੇ। ਹੁਣ ਸਾਧ ਸੰਗਤ, ਤਨ ਦੇ ਕੱਪੜੇ ਵੀ ਪਤਲੇ ਨੇ ਤੇ ਕਹਿਰਾਂ ਦੀ ਠੰਡ ਹੈ, ਕੜਾਕੇ ਦੀ ਠੰਡ ਹੈ। ਸਾਡਾ ਇਤਿਹਾਸ ਕਹਿੰਦਾ ਮੌਸਮ ਵੀ ਬਰਸਾਤੀ ਹੈ। ਹੁਣ ਸਾਧ ਸੰਗਤ, ਮੁਗਲਾਂ ਤੇ ਪਹਾੜੀਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਪਿੱਛਾ ਕੀਤਾ। ਮਹਾਰਾਜ ਅੱਗੇ ਅੱਗੇ ਨੇ, ਮੁਗਲ ਤੇ ਪਹਾੜੀ ਰਾਜੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਿੱਛੇ ਪਿੱਛੇ ਨੇ, ਮਹਾਰਾਜ ਦਾ ਪਿੱਛਾ ਕਰਦੇ ਪਏ ਨੇ। ਸੱਚ ਜਾਣਿਓ, ਜਦੋਂ ਮਹਾਰਾਜ ਸਰਸਾ ਦੇ ਕੰਢੇ ਤੇ ਪਹੁੰਚੇ ਨਾ, ਸਰਸਾ ਦੇ ਕੰਢੇ ਤੇ ਪਿੱਛੇ ਮੁਗਲ ਫੌਜਾਂ ਲੱਗੀਆਂ ਨੇ, ਪਹਾੜੀ ਰਾਜੇ ਲੱਗੇ ਨੇ, ਮਹਾਰਾਜ ਨੇ ਕਿਸੇ ਦੀ ਪਰਵਾਹ ਨਾ ਕੀਤੀ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਏ, ਜੋ ਮਰਜ਼ੀ ਹੋ ਜਾਵੇ, ਅਸੀਂ ਇੱਥੇ ਚੌਂਕੜੇ ਮਾਰ ਕੇ ਬੈਠਾਂਗੇ, ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕਰਾਂਗੇ, ਉਸ ਰੱਬ ਦੀ, ਉਸ ਵਾਹਿਗੁਰੂ ਦੀ ਭਗਤੀ ਕਰਾਂਗੇ। ਵੇਖੋ ਸਾਧ ਸੰਗਤ, ਅੰਮ੍ਰਿਤ ਵੇਲੇ ਦੀ ਕਿੰਨੀ ਮਹਾਨਤਾ ਏ, ਨਿਤਨੇਮ ਦੀ ਕਿੰਨੀ ਮਹਾਨਤਾ ਏ। ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਾਰ-ਬਾਰ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਦੱਸਿਆ ਏ, ਨਿਤਨੇਮ ਦੀ ਮਹਾਨਤਾ ਨੂੰ ਦੱਸਿਆ ਏ। ਮਹਾਰਾਜ ਕਹਿੰਦੇ ਸਿੱਖੀ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਏ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਕਰਦਾ, ਮਹਾਰਾਜ ਕਹਿੰਦੇ ਭਾਵੇਂ ਉਹ ਸਾਬਤ ਸੂਰਤ ਹੈ, ਸਿਰ ਤੇ ਦਸਤਾਰ ਸਜਾਈ ਹੋਈ ਹੈ, ਪੰਜਾਂ ਕਕਾਰਾਂ ਦਾ ਧਾਰਨੀ ਹੈ, ਪਰ ਸੱਚ ਜਾਣਿਓ ਉਹ ਗੁਰੂ ਦੇ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਭਗਤੀ ਨਹੀਂ ਕਰਦਾ, ਪਰਮਾਤਮਾ ਦੀ ਭਗਤੀ ਨਹੀਂ ਕਰਦਾ। ਤੁਸੀਂ ਪਾਵਨ ਬਾਣੀ ਪੜੋ। ਮਹਾਰਾਜ ਨੇ ਬਾਣੀ ਚ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਸਿੱਖ ਹੀ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਏ, ਅੰਮ੍ਰਿਤ ਵੇਲੇ ਉੱਠ ਕੇ ਉਸ ਰੱਬ ਦਾ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ। ਭਾਗਾਂ ਵਾਲਿਓ, ਮੈਂ ਬੇਨਤੀ ਕਰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਫਰਜ਼ੰਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ, ਤੇ ਕਿਸੇ ਵਿਦਵਾਨ ਨੇ ਪਤਾ ਕੀ ਲਿਖਿਆ? ਉਹ ਕਹਿੰਦਾ ਹਮ ਜਬ ਵੀ ਤੁਮਾਰੇ ਦਰ ਪੇ ਗਏ, हाथों में लेके फूल गए, वो गिरना हर्षु मक्के का, वो गिरना रुकते पर्वत का, हर बात तुम्हारी याद रही, पैगाम तुम्हारा भूल गए, पैगाम तुम्हारा भूल गए। ਅਸੀਂ ਗੁਰੂ ਘਰਾਂ ਦੇ ਵਿੱਚ ਆਉਨੇ ਆ, ਅਸੀਂ ਸ਼ਹੀਦੀ ਦਿਹਾੜੇ ਮਨਾਉਨੇ ਆ, ਅਸੀਂ ਪ੍ਰਕਾਸ਼ ਦਿਹਾੜੇ ਮਨਾਉਨੇ ਆ, ਸਾਨੂੰ ਸਾਰਾ ਕੁਝ ਚੇਤੇ ਰਹਿ ਜਾਂਦਾ ਏ। ਗੁਰੂ ਘਰ ਦੇ ਵਿੱਚ ਡੈਕੋਰੇਸ਼ਨ ਕਿੱਦਾਂ ਦੀ ਹੋਈ ਸੀ, ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਖਾਣ ਵਾਸਤੇ ਕੀ ਸੀ, ਪਰ ਮਾਫ ਕਰਨਾ, ਜੇ ਸਾਨੂੰ ਕੁਝ ਭੁੱਲ ਜਾਂਦਾ ਹੈ, ਉਹ ਇਹ ਭੁੱਲ ਜਾਂਦਾ ਹੈ ਕਿ ਸਾਨੂੰ ਸਾਡੇ ਗੁਰੂ ਨੇ ਉਪਦੇਸ਼ ਕੀ ਦਿੱਤਾ, ਸਾਨੂੰ ਸਾਡੇ ਗੁਰੂ ਨੇ ਉਪਦੇਸ਼ ਕੀ ਦਿੱਤਾ। ਮੈਂ ਬੇਨਤੀ ਕਰਾਂਗਾ ਜੀ, जिनका दिन मनाते हो उनकी बात भी समझो,
जिनका दिन मनाते हो उनका अर्शदात भी समझो। अज असी साहिबजादियां दा शहीदी दिहाड़ा मना रहे हैं, ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ, ਮਾਂ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ, ਤੇ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਹੈ। ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣਾ ਹੈ। ਤੇ ਗੱਲ ਚੱਲ ਰਹੀ ਹੈ ਅੰਮ੍ਰਿਤ ਵੇਲੇ ਦੀ, ਨਿਤਨੇਮ ਦੀ। ਜਿਹੜੇ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਰੱਬ ਦੀ ਭਗਤੀ ਕਰਦੇ ਨੇ, ਬੜੀ ਵਧੀਆ ਗੱਲ ਹੈ। माफ करना भागा वालिओ, जेड़े अमृत वेले नहीं उठदे, बाणी नहीं पढ़दे, मैं उन्हां दे भी चरनां दे विच बेनती करांगा। अज साहिबजादियां दा शहीदी दिहाड़ा मना रहे हां ते अज वादा करके जाओ धन साहिब श्री गुरु ग्रंथ साहिब दे नाल। महाराज अज तो पहला असी अमृत वेला नहीं सी संभालदे, महाराज असी अमृत वेले उठ के जपजी साहिब दा पाठ नहीं सी करदे, पर सतगुरु पातशाह अज तो असी तुहाडे नाल वादा करदे हां, असी अमृत वेले उठांगे, अमृत वेले उठ के असी नितनेम करांगे। हे अकाल पुरख परमात्मा जी, असी तुहाडा शुकराना करांगे। रब जी असी तुहाडा शुकराना करांगे। किन्नी महानता है अमृत वेले दी। महाराज ने बार बार धन साहिब श्री गुरु ग्रंथ साहिब दी बाणी दे विच अमृत वेले दी महानता नूं दर्शाया है। पढ़ो पावन बाणी। महाराज कहंदे कर इशनान, पातशाह कहंदे अमृत वेले उठ इशनान कर, कर इशनान। ते अगला वचन की है जी, सिमर प्रभ अपना मन तन भये अरोगा। भागां वालिओ आ जेड़ियां पंक्तियां ने ना, इन्हां पंक्तियां नूं मैं गा के पढ़ांगा, मैं अगे अगे बोलांगा ते तुसी सारियां ने पिछे पिछे उच्ची आवाज दे नाल बोलना है, मेरा साथ देना है। पता है पंक्तियां मैं क्यों गाउणियां ने? ये पंक्तियां मैं इस करके गाउणियां ने भी गुरु साहब दियां ये जेड़ियां पंक्तियां ने ये साडे मन विच वस जाण। गुरु साहब दियां ये जेड़ियां पंक्तियां ने ये साडे मन विच वस जाण। मैं अगे अगे बोलांगा, तुसी सारियां ने पिछे पिछे बोलना है, पर पहला मैं एक बेनती जरूर करांगा। साध संगत जदों गुरबाणी नूं गाउण दी गल आउंदी है ना, जदों गुरबाणी नूं गाउण दी गल आउंदी है ते पता नहीं साडी आवाज नूं की हो जांदा है, साडी आवाज नहीं निकलदी। भागां वालिओ किते असीं बैठे होईए ना 5-7 जाने, किते असीं 5-7 जाने बैठे होईए ते असीं इन्नी उच्ची आवाज दे नाल गल्लां करदे हां, साडीआं गल्लां लागे 4-5 घरां दे विच सुणदियां ने, 4-5 घरां दे विच सुणदियां ने। घर विच विआह होवे ना, घर विच विआह होवे ते बिना माइक तो भैणां बोलियां पाउंदियां ने, बोलियां ते 10वें घर च भैणां दी आवाज सुणदी है। उदां असीं गल्लां बातां करिए साडी आवाज बहुत उच्ची हुंदी है, पर जदों गुरबाणी नूं गाउण दी गल आउंदी है ना, माफ करना उदों साडी आवाज नूं पता नहीं की हो जांदा। किते बाबे दी बाणी पढ़ो, महाराज कहंदे ने गुरबाणी नूं गाओ। जेड़ा गुरबाणी नूं उच्ची आवाज नाल गाउंदा है ना, सच जाणिओ मेरा गुरु सारे दुख कट दिंदा है। ओदा मेरा गुरु ओदे सारे दुख कट दिंदा है। ये मैं नहीं कहंदा, ये बाबे दी बाणी दा बचन है। महाराज कहंदे गुरबाणी गावे भाई, बाबे दी बाणी दा बचन है। जदों मर्जी तुसी देख लिओ, पातशाह कहंदे गुरबाणी गावे भाई ओ सफल सदा सुखदाई। महाराज कहंदे ने जेड़ा गुरबाणी नूं गाउंदा है ओदी जिंदगी सफली हो जांदी है, ओदी जिंदगी चढ़दी कला वाली बन जाती है, ओदा जीवन चढ़दी कला वाला बन जाता है। ते साध संगत दास ने अगे अगे बोलना है, तुसी सारियां ने पिछे पिछे उच्ची आवाज दे नाल बोलना है, तां जो पूरे नागपुर दे विच पता लग जावे कि अज श्री गुरु हरगोबिंद साहब गुरुद्वारे साहिबजादियां दा शहीदी दिहाड़ा मनाया जा रहा है। करो किरपा। कर इशनान सिमर प्रभ अपना, कर इशनान सिमर प्रभ अपना। कर इशनान सिमर प्रभ अपना, कर इशनान सिमर प्रभ अपना।
ਮਨ ਤਨ ਪਏ ਅਰੋਗਾ, ਮਨ ਤਨ ਪਏ ਅਰੋਗਾ। ਮਨ ਤਨ ਪਏ ਅਰੋਗਾ, ਮਨ ਤਨ ਪਏ ਅਰੋਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਨ ਤਨ ਪਏ ਅਰੋਗਾ, ਮਨ ਤਨ ਪਏ ਅਰੋਗਾ। ਅੰਮ੍ਰਿਤ ਵੇਲਾ ਸਚ ਨਾਉ, ਅੰਮ੍ਰਿਤ ਵੇਲਾ ਸਚ ਨਾਉ। ਵਡਿਆਈ ਵਿਚਾਰ, ਵਡਿਆਈ ਵਿਚਾਰ। ਵਡਿਆਈ ਵਿਚਾਰ, ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ, ਕਰਮੀ ਆਵੇ ਕੱਪੜਾ। ਨਦਰੀ ਮੋਖ ਦੁਆਰ, ਨਦਰੀ ਮੋਖ ਦੁਆਰ। ਸਦ ਸੰਗਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਕਹਿੰਦੀ ਏ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਹਾਰਾਜ ਕਹਿੰਦੇ ਜੇ ਅੰਮ੍ਰਿਤ ਵੇਲੇ ਉੱਠੇਗਾ, ਇਸ਼ਨਾਨ ਪਾਣ ਕਰਕੇ ਰੱਬ ਦੀ ਭਗਤੀ ਕਰੇਗਾ, ਪ੍ਰਮਾਤਮਾ ਦੀ ਭਗਤੀ ਕਰੇਗਾ, ਮਹਾਰਾਜ ਕਹਿੰਦੇ ਤੇਰਾ ਮਨ ਵੀ ਅਰੋਗ ਹੋ ਜਾਵੇਗਾ ਤੇ ਤੇਰਾ ਤਨ ਵੀ ਅਰੋਗ ਹੋ ਜਾਵੇਗਾ। ਪੜੋ ਪਾਵਨ ਬਾਣੀ। ਮਹਾਰਾਜ ਨੇ ਤੇ ਬਾਣੀ ਚ ਕਿਹਾ, ਚਿੜੀ ਚੁਹਕੀ ਪਉ ਫੁੱਟੀ ਵਗਣ ਬਹੁਤ ਤਰੰਗ, ਅਸਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਮਹਾਰਾਜ ਨੇ ਬਾਣੀ ਚ ਕਿਹਾ, ਚਾਲਾਂਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ। ਭਾਗਾਂ ਵਾਲਿਓ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਉਪਰੰਤ ਆਪਾਂ ਲੜੀ ਨੂੰ ਅੱਗੇ ਤੋਰਾਂਗੇ। ਭਾਈ ਨੰਦ ਲਾਲ ਜੀ ਦਾ ਜਦੋਂ ਆਪਾਂ ਤਨਖਾਹਨਾਮਾ ਪੜ੍ਹਦੇ ਆ ਨਾ, ਪਤਾ ਕੀ ਕਹਿੰਦੇ ਨੇ ਭਾਈ ਨੰਦ ਲਾਲ ਜੀ? ਧਿਆਨ ਦੇਣਾ ਸਾਧ ਸੰਗਤ, ਜਿਹੜੀ ਮੈਂ ਬੇਨਤੀ ਕਰਨ ਲੱਗਾ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਠੰਡੇ ਪਾਣੀ ਜੋ ਨਹੀਂ ਨਹਾਵੇ, ਠੰਡੇ ਪਾਣੀ ਜੋ ਨਹੀਂ ਨਹਾਵੇ, ਬਿਨਾ ਜਪ ਪੜੇ ਜੋ ਖਾਵੇ। ਜਪ ਦਾ ਮਤਲਬ ਜਪਜੀ ਸਾਹਿਬ ਦਾ ਪਾਠ ਕੀਤਿਆਂ ਬਿਨਾਂ ਹੀ। ਠੰਡੇ ਪਾਣੀ ਜੋ ਨਹੀਂ ਨਹਾਵੇ, ਬਿਨਾ ਜਪ ਪੜੇ ਜੋ ਖਾਵੇ, ਸੰਧਿਆ ਸਮੇਂ ਰਹਿ ਰਾਸ ਜੋ ਖੋਵੇ। ਸ਼ਾਮਾਂ ਦਾ ਟਾਈਮ ਹੋਇਆ ਤੇ ਰਹਿ ਰਾਸ ਦਾ ਪਾਠ ਹੀ ਨਹੀਂ ਕੀਤਾ। ਸੰਧਿਆ ਸਮੇਂ ਰਹਿ ਰਾਸ ਜੋ ਕੀ ਸੰਧਿਆ ਸਮੇਂ ਰਹਿ ਰਾਸ ਜੋ ਖੋਵੇ, ਕੀਰਤਨ ਪੜੇ ਬਿਨ ਰੈਣ ਜੋ ਸੋਵੇ। ਰਾਤ ਉਦਾਂ ਹੀ ਸੌਂ ਗਿਆ, ਸੋਹਿਲਾ ਸਾਹਿਬ ਦਾ ਪਾਠ ਨਹੀਂ ਕੀਤਾ। ਚੁਗਲੀ ਕਰ ਜੋ ਕਰਜ ਬਿਗਾਰੈ, ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰੈ। ਅੰਤ ਦੇ ਵਿੱਚ ਭਾਈ ਨੰਦ ਲਾਲ ਜੀ ਤ੍ਰਿਗ ਸ਼ਬਦ ਵਰਤਦੇ ਨੇ। ਕੀ ਸ਼ਬਦ ਵਰਤਦੇ ਨੇ? ਤ੍ਰਿਗ ਸ਼ਬਦ। ਭਾਗਾਂ ਵਾਲਿਓ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਵਾਰ ਤ੍ਰਿਗ ਸ਼ਬਦ ਆਇਆ। ਤ੍ਰਿਗ ਸ਼ਬਦ, ਮਾਫ ਕਰਨਾ ਜੀ, ਕਿਸੇ ਬੰਦੇ ਨੂੰ 100 ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਤੇ ਮਹਾਰਾਜ ਨੇ ਬਾਣੀ 'ਚ ਇੱਕੋ ਹੀ ਸ਼ਬਦ ਵਰਤਿਆ, ਤ੍ਰਿਗ। ਤੇ ਭਾਈ ਨੰਦ ਲਾਲ ਜੀ ਕਹਿੰਦੇ ਉਹਦਾ ਜੀਵਨ ਤ੍ਰਿਗ ਹੈ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ, ਜਿਹੜਾ ਬਾਣੀ ਨਹੀਂ ਪੜ੍ਹਦਾ, ਜਿਹੜਾ ਰੱਬ ਦੀ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ। ਸਾਧ ਸੰਗਤ, ਈਰਾਨ ਦਾ ਇੱਕ ਵਿਦਵਾਨ ਹੋਇਆ ਸ਼ੇਖ ਸ਼ਾਦੀ, ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਬੜੇ ਕਮਾਲ ਦੀ।
ਸ਼ੇਖ ਸ਼ਾਦੀ ਕਹਿੰਦਾ ਏ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਦਰ ਦਾ ਮੰਗਤਾ ਬਣ ਜਾਂਦਾ ਏ, ਰੱਬ ਦੇ ਦਰ ਦਾ ਭਿਖਾਰੀ ਬਣ ਜਾਂਦਾ ਏ, ਉਹ ਰੱਬ ਉਹਨੂੰ ਇੱਕ ਦਿਨ ਬਾਦਸ਼ਾਹ ਬਣਾ ਦਿੰਦਾ ਏ। ਫਿਰ ਬੇਨਤੀ ਸਰਵਣ ਕਰਿਓ, ਇਹ ਸ਼ੇਖ ਸਾਦੀ ਦੇ ਬਚਨ ਨੇ। ਉਹ ਕਹਿੰਦਾ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਦਰ ਦਾ ਮੰਗਤਾ ਬਣਦਾ ਹੈ, ਰੱਬ ਦੇ ਦਰ ਦਾ ਭਿਖਾਰੀ ਬਣਦਾ ਹੈ, ਸੱਚ ਜਾਣਿਓ ਭਾਗਾਂ ਵਾਲਿਓ, ਉਹ ਰੱਬ, ਉਹ ਪ੍ਰਮਾਤਮਾ ਉਹਨੂੰ ਇੱਕ ਦਿਨ ਬਾਦਸ਼ਾਹ ਬਣਾ ਦਿੰਦਾ ਹੈ, ਬਾਦਸ਼ਾਹ। ਮਹਾਰਾਜ ਸਰਸਾ ਦੇ ਕੰਢੇ ਦੇ ਉੱਤੇ ਪਹੁੰਚਦੇ ਨੇ, ਸਰਸਾ ਦੇ ਕੰਢੇ ਦੇ ਉੱਤੇ। ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਨਿਤਨੇਮ ਦੀਆਂ ਪਾਵਨ ਬਾਣੀਆਂ ਦਾ ਜਾਪ ਕਰਦੇ ਨੇ ਤੇ ਮਹਾਰਾਜ ਕੜੇ ਨੂੰ ਢਾਲ ਬਣਾ ਕੇ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ, ਜਦੋਂ ਦੀਵਾਨ ਦੀ ਸਮਾਪਤੀ ਹੋਈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਬੜੀ ਪਿਆਰ ਭਰੀ ਨਿਗਾਹ ਦੇ ਨਾਲ ਆਪਣੇ ਛੋਟੇ ਲਾਲਾ ਨੂੰ ਵੇਖਿਆ, ਆਪਣੇ ਛੋਟੇ ਫਰਜ਼ੰਦਾਂ ਨੂੰ ਵੇਖਿਆ, ਕਿਉਂਕਿ ਮਹਾਰਾਜ ਜਾਣਦੇ ਨੇ ਜਿੰਨਾ ਚਿਰ ਇੱਥੇ ਬੈਠੇ ਆ ਉਹਨਾਂ ਚਿਰ ਮੇਰੇ ਲਾਲ ਮੇਰੀਆਂ ਅੱਖਾਂ ਦੇ ਸਾਹਮਣੇ ਨੇ, ਤੇ ਜਿਉਂ ਹੀ ਅਸੀਂ ਸਰਸਾ ਨੂੰ ਪਾਰ ਕਰਨਾ ਏ, ਇਹਨਾਂ ਮੇਰੇ ਛੋਟੇ ਲਾਲਾ ਨੇ ਮੇਰੇ ਤੋਂ ਵਿਛੜ ਜਾਣਾ ਹੈ, ਮੇਰੇ ਤੋਂ ਵਿਛੜ ਜਾਣਾ ਹੈ, ਤੇ ਦੁਬਾਰਾ ਇਹਨਾਂ ਨੇ ਮੈਨੂੰ ਕਦੀ ਨਹੀਂ ਮਿਲਣਾ। ਹਾਂ, ਮਿਲਣਗੇ ਜਿਸ ਦਿਨ ਇਹ ਦਾਦੇ ਦੀ ਗੋਦ ਦੇ ਵਿੱਚ ਬੈਠੇ ਹੋਣਗੇ, ਉਸ ਦਿਨ ਮਿਲਣਗੇ, ਜਿਉਂਦੇ ਜੀ ਇਹਨਾਂ ਨੇ ਮੈਨੂੰ ਦੁਬਾਰਾ ਨਹੀਂ ਮਿਲਣਾ। ਹੁਣ ਸਾਧ ਸੰਗਤ ਧਿਆਨ ਦੇਣਾ, ਇਧਰ ਮੁਗਲ ਤੇ ਪਹਾੜੀ ਸਰਸਾ ਦੇ ਕੰਢੇ ਦੇ ਉੱਤੇ ਪਹੁੰਚ ਜਾਂਦੇ ਨੇ, ਤੇ ਭਾਈ ਉਦੈ ਸਿੰਘ, ਭਾਈ ਉਦੈ ਸਿੰਘ 50 ਸਿੰਘਾਂ ਦੇ ਨਾਲ ਸਰਸਾ ਦੇ ਕੰਢੇ ਦੇ ਉੱਤੇ ਮੁਗਲਾਂ ਤੇ ਪਹਾੜੀਆਂ ਦਾ ਮੁਕਾਬਲਾ ਕਰਦੇ ਨੇ। ਅੰਤ ਨੂੰ ਭਾਈ ਉਦੈ ਸਿੰਘ 50 ਸਿੰਘਾਂ ਦੇ ਨਾਲ ਉਹਨਾਂ ਦੀ ਅਗਵਾਈ ਕਰਦਿਆਂ ਹੋਇਆਂ ਮੁਗਲਾਂ ਤੇ ਪਹਾੜੀਆਂ ਦੇ ਨਾਲ ਲੜਦਿਆਂ ਲੜਦਿਆਂ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਹੁਣ ਸਾਧ ਸੰਗਤ, ਇਸੇ ਸਰਸਾ ਦੇ ਕੰਢੇ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂਗਾ ਜੀ, ਅਸੀਂ ਬੜੀ ਛੇਤੀ ਕਹਿ ਦਿੰਨੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ, ਸਰਸਾ ਦੇ ਕੰਢੇ ਦੇ ਉੱਤੇ ਮਹਾਰਾਜ ਦਾ ਪਰਿਵਾਰ ਜਿਹੜਾ ਉਹ ਵਿਛੜ ਗਿਆ। ਪਰ ਸਾਧ ਸੰਗਤ, ਕਿਤੇ ਵਿਛੋੜੇ ਦੇ ਦੁੱਖ ਦਾ ਅਹਿਸਾਸ ਕਰਕੇ ਵੇਖੋ, ਕਿਤੇ ਵਿਛੋੜੇ ਦੇ ਦੁੱਖ ਦਾ ਅਹਿਸਾਸ ਕਰਕੇ ਵੇਖੋ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਵਿਛੋੜੇ ਨੂੰ ਦੁੱਖ ਦੇ ਨਾਲ ਤਸ਼ਬੀਹ ਦਿੱਤੀ ਹੈ, ਵਿਛੋੜੇ ਨੂੰ ਦੁੱਖ ਦੇ ਨਾਲ, ਵੀ ਵਿਛੋੜਾ ਇੱਕ ਬਹੁਤ ਵੱਡਾ ਦੁੱਖ ਹੈ, ਵਿਛੋੜਾ ਬਹੁਤ ਵੱਡਾ ਦੁੱਖ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਆ ਜੀ, ਮਹਾਰਾਜ ਦੀ ਬਾਣੀ ਦੇ ਬਚਨ ਨੇ, ਪਾਤਸ਼ਾਹ ਕਹਿੰਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਪਹਿਲਾ ਦੁੱਖ ਮਹਾਰਾਜ ਨੇ ਬਿਆਨ ਕੀਤਾ, ਉਹ ਦੁੱਖ ਕਿਹੜਾ ਏ? ਉਹ ਹੈ ਵਿਛੋੜੇ ਦਾ ਦੁੱਖ, ਉਹ ਹੈ ਵਿਛੋੜੇ ਦਾ ਦੁੱਖ। ਤੁਹਾਡੇ ਵਿੱਚੋਂ ਬਹੁਤੇ ਭੈਣ ਭਰਾ ਉਹ ਬੈਠੇ ਹੋਣਗੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਧੀਆਂ ਪੁੱਤਰ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਤੇ ਕਿਤੇ ਉਹ ਪਲ ਮਹਿਸੂਸ ਕਰੋ, ਉਹ ਪਲ ਚੇਤੇ ਕਰੋ ਜਿੱਦਣ ਤੁਸੀਂ ਆਪਣੀ ਧੀ ਨੂੰ ਤੋਰਿਆ ਸੀ ਘਰੋਂ, ਜਿੱਦਣ ਤੁਸੀਂ ਆਪਣੇ ਪੁੱਤ ਨੂੰ ਤੋਰਿਆ ਸੀ ਘਰੋਂ। ਕਿੱਦਾਂ ਮਾਂ ਹੌਕੇ ਲੈ ਲੈ ਰੋਂਦੀ ਸੀ, ਕਿੱਦਾਂ ਬਾਪ ਲੁਕ ਲੁਕ ਕੇ ਰੋਂਦਾ ਸੀ, ਲੁਕ ਲੁਕ ਕੇ, ਵੀ ਅੱਜ ਮੇਰਾ ਪੁੱਤਰ ਵਿਦੇਸ਼ ਦੀ ਧਰਤੀ ਤੇ ਜਾ ਰਿਹਾ, ਅਜੇ ਕਿ ਪੁੱਤ ਨੇ ਵਾਪਸ ਆ ਜਾਣਾ ਹੈ, ਅਜੇ ਕਿ ਪੁੱਤ ਨੇ ਵਾਪਸ ਆ ਜਾਣਾ ਹੈ। ਪੁੱਤ ਪੱਕਾ ਨਹੀਂ ਚੱਲਿਆ, ਪੁੱਤ ਨੇ ਉੱਥੇ ਪੱਕੇ ਜਾ ਕੇ ਡੇਰੇ ਨਹੀਂ ਲਾ ਲੈਣੇ, ਪੁੱਤ ਨੇ ਵਾਪਸ ਆ ਜਾਣਾ ਹੈ। ਤਾਂ ਵੀ ਭਾਗਾ ਵਾਲਿਓ, ਇਹ ਵਿਛੋੜੇ ਦਾ ਦੁੱਖ ਸਾਨੂੰ ਕਿੰਨਾ ਦੁਖੀ ਕਰਦਾ ਹੈ, ਵਿਛੋੜੇ ਦਾ ਦੁੱਖ ਸਾਨੂੰ ਕਿੰਨਾ ਦੁਖੀ ਕਰਦਾ ਹੈ। ਇੱਕ ਬੇਨਤੀ ਕਰਾਂ ਜੀ,
ਇਹ ਜਿਹੜੀ ਮੈਂ ਬੇਨਤੀ ਕਰਨ ਲੱਗਾ, ਇਹ ਮੈਂ ਆਪਣੇ ਬਾਰੇ ਕਰਨ ਲੱਗਾ, ਆਪਣੇ ਬਾਰੇ। ਧਿਆਨ ਨਾਲ ਸਰਵਣ ਕਰਿਓ ਜੀ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ। ਉਹ ਕਹਿੰਦਾ, ਮੈਂ ਸੁਣਿਆ ਮੱਛੀ ਪਾਣੀ ਬਿਨਾ ਨਹੀਂ ਰਹਿ ਸਕਦੀ, ਚਾਚੀ ਤਾਈ ਲੱਖ ਹੋਵੇ ਚੰਗੀ, ਉਹ ਮਾਂ ਦੀ ਥਾਂ ਨਹੀਂ ਲੈ ਸਕਦੀ। ਮਾਂ ਮਾਂ ਹੁੰਦੀ ਹੈ ਜੀ, ਮਾਂ ਮਾਂ ਹੁੰਦੀ ਹੈ। ਮਾਂ ਦਾ ਰਿਸ਼ਤਾ ਬੜਾ ਪਿਆਰ ਵਾਲਾ ਹੁੰਦਾ ਹੈ, ਬੜਾ ਪਵਿੱਤਰ ਹੁੰਦਾ ਹੈ। ਮਾਂ ਬੜਾ ਪਿਆਰ ਕਰਦੀ ਹੈ ਆਪਣੇ ਬੱਚਿਆਂ ਨੂੰ। ਔਰ ਦੁਨੀਆ ਦਾ ਇੱਕੋ ਇੱਕ ਰਿਸ਼ਤਾ ਏ ਜਿਹੜਾ ਧੁਰੋਂ ਬਣ ਕੇ ਆਉਂਦਾ ਏ। ਬਾਕੀ ਸਾਰੇ ਰਿਸ਼ਤੇ ਇਸ ਸੰਸਾਰ ਦੇ ਵਿੱਚ ਆ ਕੇ ਬਣਦੇ ਨੇ। ਇੱਕੋ ਹੀ ਰਿਸ਼ਤਾ ਹੈ ਮਾਂ ਦਾ ਰਿਸ਼ਤਾ, ਜਿਹੜਾ ਧੁਰੋਂ ਬਣ ਕੇ ਆਉਂਦਾ ਹੈ। ਬਾਕੀ ਸਾਰੇ ਰਿਸ਼ਤੇ ਇਸ ਸੰਸਾਰ ਦੇ ਵਿੱਚ ਆ ਕੇ ਬਣਦੇ ਨੇ। ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਹੋਰ ਤੁਹਾਡੇ ਨਾਲ ਸਾਂਝੀ ਕਰਾਂਗਾ। ਭਾਈ ਗੁਰਦਾਸ ਸਾਹਿਬ ਕਹਿੰਦੇ, ਮਾਓ ਹੇਤ ਨਾ ਪੁੱਜਣੀ, ਮਾਓ ਹੇਤ ਨਾ ਪੁੱਜਣੀ, ਹੇਤ ਨਾ ਮਾਮੀ ਮਾਸੀ ਜਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਨਾ ਤੇ ਮਾਂ ਵਰਗਾ ਪਿਆਰ ਮਾਮਾ ਕਰ ਸਕਦਾ ਏ ਤੇ ਨਾ ਮਾਂ ਵਰਗਾ ਪਿਆਰ ਮਾਸੀ ਕਰ ਸਕਦੀ ਹੈ। ਇਹ ਭਾਈ ਗੁਰਦਾਸ ਸਾਹਿਬ ਦੇ ਬਚਨ ਨੇ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ। ਕੀ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ? ਮਾਓ ਹੇਤ ਨਾ ਪੁੱਜਣੀ, ਹੇਤ ਨਾ ਮਾਮੇ ਮਾਸੀ ਜਾਏ। ਵੀ ਨਾ ਤੇ ਮਾਂ ਵਰਗਾ ਪਿਆਰ ਕੋਈ ਮਾਮਾ ਦੇ ਸਕਦਾ ਏ ਤੇ ਨਾ ਮਾਂ ਵਰਗਾ ਪਿਆਰ ਮਾਸੀ ਦੇ ਸਕਦੀ ਹੈ, ਨਾ ਮਾਸੀ ਦੇ ਸਕਦੀ ਹੈ। ਧਿਆਨ ਦੇਣਾ ਜੀ। ਮੇਰੀ 34 ਸਾਲ ਉਮਰ ਹੈ, ਮੇਰੀ 34 ਸਾਲ ਉਮਰ। ਮੈਨੂੰ ਨਹੀਂ ਸੀ ਪਤਾ ਵੀ ਵਿਛੋੜੇ ਦਾ ਦੁੱਖ ਕੀ ਹੁੰਦਾ ਹੈ। ਔਰ ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਜਿਉਂਦੇ ਜੀ ਮਾਂ ਪਿਓ ਦੀ ਕਦਰ ਦਾ ਪਤਾ ਨਹੀਂ ਜੇ ਲੱਗਦਾ। ਮਾਂ ਪਿਓ ਦੀ ਕਦਰ ਦਾ ਪਤਾ ਹੀ ਉਦਣ ਲੱਗਦਾ ਜਦੋਂ ਮਾਂ ਪਿਓ ਛੱਡ ਕੇ ਜਾਂਦਾ, ਜਦੋਂ ਮਾਂ ਪਿਓ ਛੱਡ ਕੇ ਜਾਂਦਾ। ਆ 2 ਤਰੀਕ ਨੂੰ ਨਾ, ਆ 2 ਤਰੀਕ ਨੂੰ, ਆ ਜਿਹੜੀ 2 ਨਵੰਬਰ ਲੰਘ ਕੇ ਗਈ ਹੈ, 2 ਨਵੰਬਰ ਨੂੰ ਮੇਰੇ ਮਾਤਾ ਜੀ, ਮੇਰੇ ਮਦਰ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ, ਉਹਨਾਂ ਦੀ ਡੈਥ ਹੋਈ ਸ਼ਾਮ ਨੂੰ ਲਗਭਗ 5:45 ਤੇ 5:45 ਵਜੇ। 23 ਤਰੀਕ ਨੂੰ ਉਹਨਾਂ ਨੂੰ ਬ੍ਰੇਨ ਦਾ ਅਟੈਕ ਆਇਆ, 23 ਨਵੰਬਰ ਨੂੰ ਉਹਨਾਂ ਨੂੰ ਬ੍ਰੇਨ ਦਾ ਅਟੈਕ ਆਇਆ। ਤੇ ਮੈਂ ਸਮਾਗਮ ਤੇ ਕਥਾ ਕਰਨ ਵਾਸਤੇ ਗਿਆ। ਸਿੰਘਣੀ ਨੇ ਫੋਨ ਕੀਤਾ, ਸਰਦਾਰ ਜੀ ਮਾਤਾ ਜੀ ਹੋਣਾ ਨੂੰ ਅਟੈਕ ਆ ਗਿਆ ਤੇ ਤੁਸੀਂ ਜਲਦੀ ਜਲਦੀ ਘਰ ਆਓ। ਮੈਂ ਘਰ ਆਇਆ, ਹਸਪੀਟਲ ਲੈ ਕੇ ਗਏ। 29 ਤਰੀਕ ਨੂੰ ਸਾਨੂੰ ਜਵਾਬ ਮਿਲ ਗਿਆ, ਕਹਿੰਦੇ ਘਰ ਲੈ ਜਾਓ, ਇਹਨਾਂ ਨੇ ਠੀਕ ਨਹੀਂ ਹੋਣਾ। ਜਦੋਂ ਡਾਕਟਰ ਨੇ ਆਹ ਗੱਲ ਕਹੀ ਨਾ ਵੀ ਘਰ ਲੈ ਜਾਓ, ਇਹਨਾਂ ਨੇ ਠੀਕ ਨਹੀਂ ਹੋਣਾ, ਇਹਨਾਂ ਨੇ ਬਚਣਾ ਨਹੀਂ, ਹੋ ਸਕਦਾ ਏ, ਹੋ ਸਕਦਾ ਏ ਵੈਂਟੀਲੇਟਰ ਤੋਂ ਲੱਥਦਿਆਂ ਸਾਰੀ ਇਹਨਾਂ ਦੀ ਮੌਤ ਹੋ ਜਾਵੇ। ਤੇ ਸਾਧ ਸੰਗਤ ਧਿਆਨ ਦੇਣਾ, ਇੱਕ ਵਾਰੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਮੈਨੂੰ ਚੱਕਰ ਆ ਗਏ। ਮੈਨੂੰ ਏਦਾਂ ਲੱਗਾ ਜਿੱਦਾਂ ਮੈਂ ਥੱਲੇ ਡਿੱਗਣ ਲੱਗਾ। ਤੇ ਮੇਰੇ ਲਾਗੇ ਇੱਕ ਬਾਰੀ ਸੀ ਜਿਹੜੀ ਖੁੱਲੀ ਹੋਈ ਸੀ, ਤੇ ਮੈਂ ਦਬਾ ਦਬ ਉਹਨੂੰ ਹੱਥ ਪਾਇਆ, ਉਹਨੂੰ ਹੱਥ ਪਾਇਆ। 2 ਤਰੀਕ ਨੂੰ ਮਾਤਾ ਜੀ ਦੀ ਡੈਥ ਹੋਈ। ਤੇ ਮੈਨੂੰ ਪਤਾ ਜਿੱਦਣ ਮਾਤਾ ਜੀ ਛੱਡ ਕੇ ਗਏ, ਮੈਂ ਉਹ ਪਲ ਕਿੱਦਾਂ ਬਤੀਤ ਕੀਤੇ, ਉਹ ਸਮਾਂ ਕਿੱਦਾਂ ਬਤੀਤ ਕੀਤਾ। ਵਿਛੋੜੇ ਦਾ ਦੁੱਖ ਕੀ ਹੁੰਦਾ ਏ, ਮੈਨੂੰ 34 ਸਾਲਾਂ ਵਿੱਚ ਉਦਣ ਪਤਾ ਲੱਗਾ ਜਿੱਦਣ ਮੇਰੇ ਮਾਤਾ ਜੀ ਮੈਨੂੰ ਛੱਡ ਕੇ ਗਏ। ਵਿਛੋੜੇ ਦਾ ਦੁੱਖ ਕੀ ਹੁੰਦਾ, ਵਿਛੋੜੇ ਦਾ ਦੁੱਖ ਕੀ ਹੁੰਦਾ? ਆਹ ਹੁੰਦਾ ਹੈ ਵਿਛੋੜੇ ਦਾ ਦੁੱਖ। ਅਸੀਂ ਕਹਿੰਦੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ, ਪਰਿਵਾਰ ਦਾ ਵਿਛੋੜਾ ਪੈ ਗਿਆ। ਕਿਤੇ ਮਹਿਸੂਸ ਕੀਤਾ ਤੁਸੀਂ ਇੱਥੇ ਆਏ ਹੋ, ਤੁਸੀਂ ਇੱਥੇ ਆਏ ਹੋ, ਤੁਹਾਡੇ ਬੱਚੇ ਤੁਹਾਡੇ ਨਾਲ ਆਏ ਨੇ। ਬੱਚੇ ਮਾਂ ਪਿਓ ਦੀਆਂ ਆਂਦਰਾਂ ਨੇ, ਮਾਂ ਪਿਓ ਦੀਆਂ ਆਂਦਰਾਂ, ਮਾਂ ਪਿਓ ਦੀਆਂ ਆਂਦਰਾਂ। ਇੰਨਾ ਪਿਆਰ ਕਰਦੇ ਆ ਅਸੀਂ ਬੱਚਿਆਂ ਨੂੰ। ਬੱਚੇ ਨੂੰ 2 ਵਜੇ ਛੁੱਟੀ ਹੁੰਦੀ ਏ, 2:15 ਵਜੇ ਤੱਕ ਪੁੱਤ ਘਰ ਨਾ ਆਵੇ ਤੇ ਮਾਂ ਪਿਓ ਦੇ ਕਲੇਜੇ ਨੂੰ ਹੌਲ ਪੈਣ ਲੱਗ ਪੈਂਦੇ ਨੇ, ਮੇਰਾ ਪੁੱਤ ਘਰ ਨਹੀਂ ਆਇਆ, ਮੇਰਾ ਪੁੱਤ ਘਰ ਨਹੀਂ ਆਇਆ। ਘਰ ਵਿੱਚ ਬੱਚਾ ਜੰਮਿਆ ਜੀ, ਘਰ ਵਿੱਚ ਬੱਚਾ ਜੰਮਿਆ ਤੇ ਸਰਕਾਰੀ ਟ੍ਰੀਟਮੈਂਟ ਹੁੰਦਾ ਹੈ। ਜਿਸ ਦਿਨ ਮਾਂ ਪਹਿਲਾ ਟੀਕਾ ਪੁੱਤ ਨੂੰ ਲਵਾਉਣ ਜਾਂਦੀ ਹੈ, ਅਜੇ ਨਰਸ ਸਿਰਿੰਜੀ ਭਰ ਰਹੀ ਹੁੰਦੀ ਹੈ, ਮਾਂ ਦੀਆਂ ਅੱਖਾਂ 'ਚ ਪਹਿਲਾਂ ਅੱਥਰੂ ਆ ਜਾਂਦੇ ਨੇ। ਪਤਾ ਹੈ ਟੀਕਾ ਮੇਰੇ ਪੁੱਤ ਨੂੰ ਲੱਗਣਾ ਤੇ ਦਰਦ ਮੇਰੇ ਕਲੇਜੇ ਨੂੰ ਹੋਣੀ ਹੈ, ਦਰਦ ਮੇਰੇ ਕਲੇਜੇ ਨੂੰ ਹੋਣੀ ਹੈ। ਮਹਿਸੂਸ ਤੇ ਕਰੋ, ਮਹਿਸੂਸ ਤੇ ਕਰੋ। ਅਸੀਂ ਕਹਿੰਦੇ 3 ਹਿੱਸਿਆਂ 'ਚ ਪਰਿਵਾਰ ਵੰਡਿਆ ਗਿਆ, 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਕੀ ਬੀਤੀ ਹੋਵੇਗੀ ਮਾਂ ਸੁੰਦਰ ਕੌਰ, ਮਾਤਾ ਸਾਹਿਬ ਕੌਰ ਦੇ ਉੱਤੇ ਜਦੋਂ ਉਹਨਾਂ ਨੂੰ ਆਪਣੇ ਚਾਰੇ ਲਾਲ ਹੀ ਕਿਤੇ ਨਹੀਂ ਨਜ਼ਰ ਆਏ ਹੋਣਗੇ। ਨਾ ਬਾਬਾ ਅਜੀਤ ਸਿੰਘ ਸਾਹਿਬ, ਨਾ ਬਾਬਾ ਜੁਝਾਰ ਸਿੰਘ ਸਾਹਿਬ, ਨਾ ਬਾਬਾ ਜੋਰਾਵਰ ਸਿੰਘ ਤੇ ਨਾ ਬਾਬਾ ਫਤਿਹ ਸਿੰਘ। ਇੱਥੇ ਗੁਰਦੁਆਰੇ ਆਏ ਆ ਨਾ, ਗੁਰਦੁਆਰੇ ਆਏ ਆ। ਮਾੜਾ ਜਿਹਾ ਕਿਤੇ ਇੱਥੇ 5-7 ਮਿੰਟ ਵਾਸਤੇ ਤੁਹਾਡਾ ਬੱਚਾ ਗੁੰਮ ਹੋ ਜਾਵੇ ਤੇ ਸੱਚ ਜਾਣਿਓ ਭਾਗਾਂ ਵਾਲਿਓ,
ਅਸੀਂ ਸਿਰ ਤੇ ਪਹਾੜ ਚੁੱਕ ਲੈਣਾ ਏ, रो रो साडा बुरा हाल हो जाना है भी साडे नाल आया सी, इत्थे खेड रहा सी, कित्थे चली गई साडी धी, कित्थे चलिया गया साडा पुत। ते किते महसूस करो अद्धी रात है, अद्धी रात है, सरसा दे कंढे ते अमृत वेला होया, परिवार दा विछोड़ा पैंदा है, ते किद्दां संभालिया होवेगा मां सुंदर कौर, मां साहिब कौर ने अपने आप नूं, जदों उहदे लाल ही किते नहीं नजर आए, जदों लाल ही किते नहीं नजर आए। किद्दां कलगीधर ने अपने आप नूं संभालिया होवेगा, भावें कि वड्डे फरजंद नाल ने, किद्दां संभालिया होवेगा। कित्थे ने मेरा जोरावर सिंह, कित्थे ने मेरे फतेह सिंह, कित्थे ने मेरी बजुर्ग मां, मां गुजर कौर, जिहड़ी मैनूं इन्ना प्यार करदी है, जिन्नू मैं 34 साल बाद मिलिया ब्याह तो, कित्थे है मेरी मां। किद्दां वो समा बतीत कीता होवेगा मां गुजर कौर ने, छोटे लाला ने, किद्दां वो समा मां गुजर कौर ने बतीत कीता होवेगा भी कित्थे है मेरा गोबिंद, कित्थे है मेरा पुत, जेड़ा मेरा लाल मैनू 34 साल बाद मिलिया, मैनू नजर नहीं आया। महसूस करो साध संगत, महसूस वो पल महसूस करो, पल पल महसूस करो। एक बेनती करां जी, तुसी बाणी पढ़ो, बाणी बाणी च ना एक बचन आउंदा है, बाणी च एक बचन आउंदा, ये बचन जरूर पढ़ियो ते इस बचन दे अर्थ भी पढ़ियो, इसदी व्याख्या भी जरूर पढ़ियो। ध्यान देना साध संगत, बाणी च एक वचन आउंदा है, महाराज कहंदे ने खावो है जंबूर खवे ना वंजन गाखड़े, वाशोहे जंबूर। ध्यान देना, माफ करना मैनू थोड़ी जी पंक्ति विसर गई। वाशोहे जंबूर खवे ना वंजन गाखड़े, ये बाणी दी पंक्ति है, गुरु ग्रंथ साहब दी बाणी दे बचन ने। फिर तुहाडे नाल सांझे कर लगा, वाछोहे जंबूर खवे ना वंजन गाखड़े, ते ये पंक्ति जरूर पढ़ियो, ये अर्थ जरूर पढ़ियो। ਇਹਦਾ मतलब पता की है? 44 तरीकिਆਂ ਦੇ ਨਾਲ ਬੰਦੇ ਨੂੰ ਮਾਰਿਆ ਜਾਂਦਾ ਹੈ, 44 ਤਰੀਕਿਆਂ ਨਾਲ। ਕਿਸੇ ਨੂੰ ਮਾਰਨਾ ਹੋਵੇ ਨਾ, ਕਿਸੇ ਨੂੰ ਮਾਰਨਾ ਹੋਵੇ, ਕਿਸੇ ਨੂੰ ਮੌਤ ਦੇਣੀ ਹੋਵੇ ਤੇ 44 ਤਰੀਕੇ ਨੇ, 44 ਤਰੀਕੇ ਨੇ ਕਿਸੇ ਨੂੰ ਮਾਰਨ ਦੇ, 44 ਤਰੀਕੇ ਨੇ ਕਿਸੇ ਨੂੰ ਮਾਰਨ ਦੇ। ਤੇ ਸਭ ਤੋਂ ਭੈੜਾ ਤਰੀਕਾ ਪਤਾ ਕਿਹੜਾ ਹੈ? ਸਭ ਤੋਂ ਭੈੜਾ ਤਰੀਕਾ ਏ ਜੰਬੂਰ ਨੂੰ ਗਰਮ ਕਰਕੇ ਨਾ, ਜੰਬੂਰ ਨੂੰ ਅੱਗ ਤੇ ਗਰਮ ਕਰਕੇ ਜਿਉਂਦੇ ਜੀ ਬੰਦੇ ਦਾ ਮਾਸ ਨੋਚਣਾ ਤੇ ਮਾਸ ਨੋਚ ਕੇ ਉਹਨੂੰ ਮਾਰ ਦੇਣਾ। ਇਹ ਸਭ ਤੋਂ ਭੈੜਾ ਤਸੀਹਾ ਹੈ, ਸਭ ਤੋਂ ਭੈੜਾ ਤਸੀਹਾ, ਜਿਹਨੂੰ ਕਹਿੰਦੇ ਸਭ ਤੋਂ ਘਟੀਆ ਮੌਤ, ਸਭ ਤੋਂ ਭੈੜਾ ਤਸੀਹਾ ਮੰਨਿਆ ਜਾਂਦਾ ਏ ਵੀ ਕਿਸੇ ਨੂੰ ਸਭ ਤੋਂ ਖਤਰਨਾਕ ਮੌਤ ਦੇਣੀ ਹੋਵੇ ਨਾ ਤੇ ਜੰਬੂਰ ਨੂੰ ਅੱਗ ਦੇ ਉੱਤੇ ਗਰਮ ਕਰੋ ਤੇ ਜਿਉਂਦੇ ਬੰਦੇ ਦਾ ਮਾਸ ਨੋਚਿਆ ਜਾਂਦਾ, ਖਿੱਚਿਆ ਜਾਂਦਾ। ਇਹ ਸਭ ਤੋਂ ਭਿਆਨਕ ਤਸੀਹਾ ਏ ਤੇ ਇਹ ਤਸੀਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਗਿਆ ਸੀ। ਇਹ ਤਸੀਹਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਗਿਆ ਸੀ ਤੇ ਮਹਾਰਾਜ ਨੇ ਬਾਣੀ 'ਚ ਉਦਾਹਰਨ ਦਿੱਤੀ। ਪਾਤਸ਼ਾਹ ਕਹਿੰਦੇ ਵਾਛੋਹੇ ਜੰਬੂਰ ਖਵੇ ਨਾ ਵੰਜੜ ਗਾਖੜੇ, ਕਹਿੰਦੇ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਮਹਾਰਾਜ ਕਹਿੰਦੇ ਜਿਹੜਾ ਵਿਛੋੜੇ ਦਾ ਦੁੱਖ ਹੈ, ਜਿਹੜਾ ਵਿਛੋੜੇ ਦਾ ਦੁੱਖ ਹੈ ਉਹ ਜੰਬੂਰ ਦੇ ਤਸੀਹੇ ਵਰਗਾ ਹੈ, ਜੰਬੂਰ ਦੇ ਤਸੀਹੇ ਵਰਗਾ। ਸਭ ਤੋਂ ਭਿਆਨਕ ਤਸੀਹਾ ਹੈ ਜੰਬੂਰ ਦਾ ਤਸੀਹਾ, ਤੇ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਜੰਬੂਰ ਦੇ ਤਸੀਹੇ ਵਰਗਾ ਹੈ, ਜੰਬੂਰ ਦੇ ਤਸੀਹੇ ਵਰਗਾ। ਭਾਵ ਵਿਛੋੜਾ ਇੰਨਾ ਦੁੱਖ ਦਿੰਦਾ ਹੈ, ਇੰਨਾ ਦੁੱਖ ਦਿੰਦਾ ਹੈ ਵਿਛੋੜਾ। ਹੁਣ ਸਾਧ ਸੰਗਤ ਧਿਆਨ ਦੇਣਾ, ਤਿੰਨਾਂ ਹਿੱਸਿਆਂ ਦੇ ਵਿੱਚ ਮੇਰੇ ਕਲਗੀਆਂ ਵਾਲੇ, ਮੇਰੇ ਬਾਜਾਂ ਵਾਲੇ ਦਾ ਪਰਿਵਾਰ ਇੱਥੇ ਵੰਡਿਆ ਗਿਆ। ਇੱਥੇ ਭਾਈ ਉਦੈ ਸਿੰਘ 50 ਸਿੰਘਾਂ ਦੇ ਨਾਲ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ 100 ਸਿੰਘਾਂ ਨੂੰ ਮਹਾਰਾਜ ਸਰਸਾ ਪਾਰ ਕਰਾ ਕੇ ਖਿਲਾਰਦੇ ਨੇ। ਤੇ ਉਹ 100 ਸਿੰਘਾਂ ਦੀ ਅਗਵਾਈ ਕੌਣ ਕਰਦਾ ਹੈ? ਭਾਈ ਬਚਿੱਤਰ ਸਿੰਘ। ਕਿਉਂਕਿ ਮਹਾਰਾਜ ਜਾਣਦੇ ਨੇ ਫੌਜ ਕੱਲੀ ਪਿੱਛੋਂ ਨਹੀਂ ਆ ਰਹੀ, ਬਲਕਿ ਫੌਜ ਦਿੱਲੀ ਤੋਂ ਵੀ ਆ ਰਹੀ ਹੈ, फौज रोपड़ तो भी आ रही है, गुज्जर रंगड़ मुगल ये सारे इकट्ठे होकर अगों भी महाराज नूं घेरा पा रहे ने। ते महाराज भाई बचित्तर सिंह नूं कहिंदे ने, भाई बचित्तर सिंह जी सरसा पार करके 100 ਸਿੰਘਾਂ ਦੇ ਨਾਲ ਜਿਹੜੀ फौज दिल्ली तो आ रही है, रोपड़ तो आ रही है, तुसीं ओहदा मुकाबला करना है, तुसीं ओहदा मुकाबला करना है। हुण इधर परिवार तिन्नां हिस्सिਆਂ ਵਿੱਚ ਵੰਡਿਆ ਜਾਂਦਾ ਹੈ। गुरु गोबिंद सिंह साहब ध्यान देना, आ ਜਿਹੜੇ पल
ਆ ਜਿਹੜੇ ਪਲ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਨਾ, ਇੱਕ ਪਿਕਚਰ ਬਣਾਓ ਆਪਣੀਆਂ ਅੱਖਾਂ ਦੇ ਸਾਹਮਣੇ, ਇੱਕ ਪਿਕਚਰ ਬਣਾਓ ਵੀ ਨਦੀ ਵਗ ਰਹੀ ਹੈ। ਉਸ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ ਹੈ, ਪਹਾੜਾਂ ਦਾ ਜਿੰਨਾ ਪਾਣੀ ਹੈ ਉਹ ਸਾਰਾ ਉਸ ਨਦੀ ਦੇ ਵਿੱਚ ਆ ਰਿਹਾ ਹੈ, ਹੜ੍ਹ ਆਇਆ ਹੋਇਆ ਹੈ। ਮਾਫ ਕਰਨਾ ਜੀ, ਕਈ ਵਾਰੀ ਅਸੀਂ ਘੁੰਮਣ ਫਿਰਨ ਵਾਸਤੇ ਜਾਂਦੇ ਹਾਂ। ਕਿੱਥੇ ਜਾਂਦੇ ਹਾਂ? ਸਮੁੰਦਰ ਦੇ ਕੰਢੇ ਤੇ ਜੇ ਕਿਤੇ ਹਵਾ ਵਗਦੀ ਹੋਵੇ ਨਾ, ਛੱਲਾਂ ਬਹੁਤ ਉੱਚੀਆਂ ਹੋਣ, ਤੇ ਅਸੀਂ ਡਰਦੇ ਸਮੁੰਦਰ ਦੇ ਲਾਗੇ ਨਹੀਂ ਜਾਂਦੇ, ਸਮੁੰਦਰ ਦੇ ਲਾਗੇ ਨਹੀਂ ਜਾਂਦੇ। ਏਦਾਂ ਉਹ ਜਿਹੜੀ ਨਦੀ ਸੀ ਨਾ, ਉਹ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੀ ਸੀ, ਇੰਨਾ ਪਾਣੀ ਸੀ ਉਸ ਨਦੀ ਦੇ ਵਿੱਚ। ਹੁਣ ਗੁਰੂ ਸਾਹਿਬ ਦਾ ਪਰਿਵਾਰ ਇੱਥੇ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ, ਗੁਰੂ ਸਾਹਿਬ ਤੇ 40 ਸਿੰਘ ਉਹ ਸਰਸਾ ਨੂੰ ਪਾਰ ਕਰ ਜਾਂਦੇ ਨੇ, ਉਹ ਸਰਸਾ ਨੂੰ ਪਾਰ ਕਰ ਜਾਂਦੇ ਨੇ। ਭਾਈ ਮਣੀ ਸਿੰਘ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਉਹ ਵੀ ਸਰਸਾ ਨੂੰ ਪਾਰ ਕਰ ਜਾਂਦੇ ਨੇ। ਉਹ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਨੇ, ਉਹ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਨੇ। ਇੱਧਰ ਮਾਂ ਗੁਜਰ ਕੌਰ, ਜਿਹਨੇ 7 ਮਹੀਨਿਆਂ ਤੋਂ ਖਾਧਾ ਕੁਝ ਨਹੀਂ, ਉਹਦੇ ਨਾਲ ਉਹਦੇ ਛੋਟੇ ਪੋਤਰੇ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਨੰਨੀਆਂ ਉਹ ਜਾਨਾਂ, ਜਿਨ੍ਹਾਂ ਦੇ ਤਨ ਦੇ ਕੱਪੜੇ ਪਤਲੇ ਨੇ, ਜਿਨ੍ਹਾਂ ਦੇ ਤਨ ਦੇ ਕੱਪੜੇ ਪਤਲੇ ਨੇ। 7 ਮਹੀਨਿਆਂ ਤੋਂ ਖਾਧਾ ਕੁਝ ਨਹੀਂ, ਪੈਰਾਂ ਦੇ ਵਿੱਚ ਜੋੜਾ ਕੋਈ ਨਹੀਂ, ਕੰਡੇ ਵੱਜ ਕੇ ਲਹੂ ਨਿਕਲਦਾ ਪਿਆ ਤੇ ਉਹ ਲਹੂ ਪੈਰਾਂ ਵਿੱਚ ਜੰਮਿਆ ਹੋਇਆ। ਇੱਕ ਬੇਨਤੀ ਕਰਾਂ ਜੀ, ਅੱਜ ਨਾ ਮੈਨੂੰ ਸਵੇਰ ਫੋਨ ਆਇਆ ਘਰੋਂ, ਕਹਿੰਦੇ ਜੀ ਬਹੁਤ ਜ਼ਿਆਦਾ ਠੰਡ ਹੈ ਅੱਜ ਬਹੁਤ ਜ਼ਿਆਦਾ ਠੰਡ ਹੈ। ਕਹਿੰਦੇ ਵੀ ਧੁੰਦ ਪਈ ਹੋਈ ਹੈ ਤੇ ਧੁੰਦ ਪਾਣੀ ਵਾਂਗ ਚੋ ਰਹੀ ਹੈ, ਪਾਣੀ ਵਾਂਗ ਚੋ ਰਹੀ ਹੈ। ਤੇ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਸ਼ਹੀਦੀ ਸਾਕੇ ਸੁਣਾਉਂਦੇ ਆ ਨਾ, ਤੇ ਉੱਥੇ ਸਾਨੂੰ ਵੀ ਉਹ ਪਲ ਮਹਿਸੂਸ ਹੁੰਦੇ ਨੇ ਜੋ ਸਾਹਿਬਜ਼ਾਦਿਆਂ ਦੇ ਉੱਤੇ ਵਾਪਰਿਆ, ਤੇ ਸੰਗਤ ਨੂੰ ਵੀ ਉਹ ਪਲ ਮਹਿਸੂਸ ਹੁੰਦੇ ਨੇ, ਕਿਉਂਕਿ ਉੱਥੇ ਠੰਡ ਬਹੁਤ ਹੈ। ਇੱਥੇ ਠੰਡ ਨਹੀਂ ਹੈਗੀ, ਇੱਥੇ ਠੰਡ ਨਹੀਂ ਹੈਗੀ। ਨਾ ਤੇ ਬੁਲਾਰੇ ਨੂੰ ਉਹ ਪਲ ਮਹਿਸੂਸ ਹੁੰਦਾ ਹੈ ਤੇ ਨਾ ਸੰਗਤ ਨੂੰ ਉਹ ਪਲ ਮਹਿਸੂਸ ਹੁੰਦਾ ਹੈ। ਜੇ ਠੰਡ ਹੋਵੇ ਨਾ, ਸਾਨੂੰ ਠੰਡ ਲੱਗੇ, ਸਾਨੂੰ ਠੰਡ ਲੱਗੇ, ਸਾਡੇ ਤਨ ਨੂੰ ਠੰਡ ਚੀਰੇ, ਅਸੀਂ ਹੱਥ ਪੈਰ ਲੋਈਆਂ ਦੇ ਵਿੱਚ ਐ ਬੁਕਲਾ ਮਾਰ ਕੇ ਟੱਕੇ ਹੋਣ, ਪੈਰ ਟੱਕੇ ਹੋਣ, ਤੇ ਸਾਨੂੰ ਉਹ ਪਲ ਮਹਿਸੂਸ ਹੋਣ, ਸਾਨੂੰ ਉਹ ਪਲ ਮਹਿਸੂਸ ਹੋਣ। ਧਿਆਨ ਦੇਣਾ ਜੀ, 7 ਤੇ 9 ਸਾਲ ਦੇ ਲਾਲ ਮਾਂ ਗੁਜਰ ਕੌਰ ਸਰਸਾ ਨੂੰ ਪਾਰ ਨਹੀਂ ਕੀਤਾ, ਸਰਸਾ ਦੇ ਕੰਢੇ ਤੁਰ ਪਏ, ਸਰਸਾ ਦੇ ਕੰਢੇ ਤੁਰ ਪਏ। ਤੇ ਇੱਥੋਂ ਅਗਲੇਰਾ ਪ੍ਰਸੰਗ ਤੁਸੀਂ ਢਾਡੀ ਜਥੇ ਕੋਲੋਂ ਸਰਵਣ ਕਰ ਰਹੇ ਹੋ। ਮੈਂ ਇੱਧਰ ਨੂੰ ਨਹੀਂ ਜਾਣਾ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਬੜਾ ਪਿਆਰ ਕਰਦੀ ਹੈ ਦਾਦੀ ਪੋਤਰਿਆਂ ਨੂੰ, ਤੇ ਬੜਾ ਪਿਆਰ ਕਰਦੇ ਨੇ ਪੋਤਰੇ ਦਾਦੀ ਨੂੰ। ਆਨੰਦਪੁਰ ਖਾਲੀ ਕੀਤਾ ਤਾਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। ਸਰਸਾ ਦੇ ਕੰਢੇ ਤੇ ਪਰਿਵਾਰ ਵਿਛੜਦਾ ਏ ਤਾਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। ਪਹਿਲੀ ਰਾਤ ਕੁੰਮੇ ਮਾਸ਼ਕੀ ਦੇ ਘਰ ਕੱਟੀ, ਦੂਜੀ ਰਾਤ ਗੰਗੂ ਬ੍ਰਾਹਮਣ ਦੇ ਘਰ ਕੱਟੀ, ਤੀਜੀ ਰਾਤ ਮਰਿੰਡੇ ਥਾਣੇ ਦੇ ਵਿੱਚ ਕੱਟੀ ਤਾਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। 3 ਰਾਤਾਂ ਠੰਡੇ ਬੁਰਜ ਵਿੱਚ ਕੱਟੀਆਂ ਤਾਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। ਜਿਸ ਦਿਨ ਟੋਡਰ ਮੱਲ ਜੋਤੀ ਸਰੂਪ ਦੀ ਧਰਤੀ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕਰਦਾ ਏ, ਉਦਣ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। ਇੰਨਾ ਪਿਆਰ ਕਰਦੀ ਏ ਦਾਦੀ ਪੋਤਰਿਆਂ ਨੂੰ, ਤੇ ਇੰਨਾ ਪਿਆਰ ਕਰਦੇ ਨੇ ਪੋਤਰੇ ਆਪਣੀ ਦਾਦੀ ਨੂੰ, ਪੋਤਰੇ ਆਪਣੀ। ਸਾਧ ਸੰਗਤ, ਗੁਰੂ ਸਾਹਿਬ ਨੇ ਸਰਸਾ ਪਾਰ ਕੀਤੀ। ਜਦੋਂ ਮਹਾਰਾਜ ਨੇ ਸਰਸਾ ਪਾਰ ਕੀਤੀ ਨਾ, ਮੈਂ ਬੇਨਤੀ ਕਰਾਂ, ਲਗਭਗ 10 ਵੱਜ ਚੱਲੇ ਨੇ, 5 ਮਿੰਟ ਰਹਿ ਗਏ ਨੇ, ਤੇ 10 ਮਿੰਟ ਮੈਂ ਤੁਹਾਡੇ ਨਾਲ ਵਿਚਾਰਾਂ ਹੋਰ ਸਾਂਝੀਆਂ ਕਰਨੀਆਂ ਨੇ। ਬੇਨਤੀ ਹੈ, ਇਸੇ ਤਰ੍ਹਾਂ ਬੜਾ ਪਿਆਰ ਬਖਸ਼ਿਆ ਜੀ ਤੁਸੀਂ, ਬੜਾ ਪਿਆਰ ਬਖਸ਼ਿਆ। ਮੈਨੂੰ ਪਤਾ ਕੀ ਲੱਗਦਾ ਸੀ, ਮੈਨੂੰ ਇਹ ਲੱਗਦਾ ਸੀ ਵੀ ਢਾਡੀ ਜਥੇ ਤੋਂ ਬਾਅਦ ਗੱਲ ਨਹੀਂ ਬਣਨੀ, ਢਾਡੀ ਜਥੇ ਤੋਂ ਬਾਅਦ ਗੱਲ ਨਹੀਂ ਬਣਨੀ, ਕਿਉਂਕਿ ਢਾਡੀਆਂ ਦਾ ਸਕੇਲ ਬੜਾ ਉੱਚਾ ਹੁੰਦਾ ਹੈ, ਢਾਡੀਆਂ ਦਾ ਸਕੇਲ ਬਹੁਤ ਜ਼ਿਆਦਾ ਉੱਚਾ ਹੁੰਦਾ। ਬੜੀ ਉੱਚੀ ਆਵਾਜ਼ ਦੇ ਨਾਲ ਜਿਹੜਾ ਢਾਡੀਆਂ ਦਾ ਜਥੇਦਾਰ ਹੁੰਦਾ ਉਹ ਲੈਕਚਰ ਕਰਦਾ, ਤੇ ਜਿਹੜੇ ਢੱਡ ਸਰੰਗੀ ਵਾਲੇ ਹੁੰਦੇ ਉਹ ਵੀ ਬੜੇ ਉੱਚੀ ਆਵਾਜ਼ ਦੇ ਨਾਲ ਗਾਉਂਦੇ। ਕਿੱਥੇ 4 ਤੇ ਕਿੱਥੇ ਮੈਂ ਇਕੱਲਾ, ਮੈਂ ਉਹਨਾਂ ਦਾ ਮੁਕਾਬਲਾ ਕਿੱਥੇ ਕਰ ਸਕਦਾ। ਤੇ ਮੈਂ ਸਰਦਾਰ ਰਣਜੀਤ ਸਿੰਘ ਹੁਣਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਵੀ ਆਪਾਂ ਢਾਡੀ ਬਾਅਦ ਚੋਂ ਲਾ ਲਾਂਗੇ, ਤੇ ਪਹਿਲਾਂ ਮੈਂ ਕਥਾ ਕਰ ਲਈ ਨਾ, ਮੁੜ ਕੇ ਗੱਲ ਨਹੀਂ ਬਣਨੀ। ਕਹਿੰਦੇ ਨਹੀਂ ਬਾਬਾ ਜੀ, ਸੰਗਤ ਦਾ ਟੇਸਟ ਹੁੰਦਾ ਏ,
ਵੀ ਇੱਕ ਦਿਨ ਪਹਿਲਾਂ ਢਾਡੀ ਲੱਗ ਗਏ, ਇੱਕ ਦਿਨ ਪਹਿਲਾਂ ਕਥਾ ਹੋ ਗਈ ਤੇ ਬਾਅਦ ਚੋਂ ਢਾਡੀ ਲੱਗ ਗਏ ਤੇ ਬਾਅਦ ਚੋਂ ਕਥਾ ਹੋ ਗਈ। ਤੇ ਮੈਨੂੰ ਇਹਨਾਂ ਦੀ ਗੱਲ ਬੜੀ ਵਧੀਆ ਲੱਗੀ। ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ। ਤੇ ਮੈਂ ਜਦੋਂ ਢਾਡੀ ਜੱਥਾ ਲੱਗਾ ਸੀ ਨਾ ਅੰਦਰ, ਤੇ ਮੈਂ ਉਦੋਂ ਹੀ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕਰ ਰਿਹਾ ਸੀ, ਮਹਾਰਾਜ ਤੁਸੀਂ ਕਿਰਪਾ ਕਰਨੀ ਹੈ, ਮਹਾਰਾਜ ਮੈਂ ਤੁਹਾਡਾ ਇਤਿਹਾਸ ਬਿਆਨ ਕਰਨਾ ਹੈ ਤੇ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਇਹ ਇਤਿਹਾਸ ਜਿਹੜਾ ਹੈ ਇਹ ਦਾਸ ਦੇ ਮੂੰਹੋਂ ਕਢਾਉਣਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਆ ਬਸ 5-7 ਮਿੰਟ ਮੈਂ ਤੁਹਾਡੇ ਨਾਲ ਵਿਚਾਰ ਹੋਰ ਸਾਂਝੇ ਕਰਨੇ ਨੇ, ਤੁਸੀਂ ਵਿਚਾਰ ਸਰਵਣ ਕਰਨੇ ਨੇ ਤੇ ਬੜੀਆਂ ਹੀ ਪਿਆਰੀਆਂ ਗੱਲਾਂ ਨੇ। ਖਾਸ ਕਰਕੇ ਮੈਂ ਭੈਣਾਂ ਬਾਰੇ ਬੇਨਤੀ ਕਰਨੀ। ਹੁਣ ਧਿਆਨ ਦੇਣਾ ਜੀ, ਜਦੋਂ ਮਹਾਰਾਜ ਸਰਸਾ ਪਾਰ ਕਰਦੇ ਨੇ ਨਾ, ਇਮੈਜਿਨ ਕਰੋ ਮਹਾਰਾਜ ਸਰਸਾ ਪਾਰ ਕਰਦੇ ਨੇ ਤੇ ਜਿਉਂ ਹੀ ਸਰਸਾ ਪਾਰ ਕਰਕੇ ਗੁਰੂ ਸਾਹਿਬ ਅੱਗੇ ਜਾਂਦੇ ਨੇ, ਮਹਾਰਾਜ ਨੂੰ ਕੌਣ ਮਿਲਦਾ ਹੈ ਜੀ? ਮਹਾਰਾਜ ਨੂੰ ਭਾਈ ਬਚਿੱਤਰ ਸਿੰਘ ਮਿਲਦੇ ਨੇ। ਭਾਈ ਬਚਿੱਤਰ ਸਿੰਘ ਕੌਣ ਮਿਲਦਾ ਹੈ ਜੀ? ਭਾਈ ਬਚਿੱਤਰ ਸਿੰਘ ਮਿਲਦੇ ਨੇ। ਭਾਈ ਬਚਿੱਤਰ ਸਿੰਘ ਲਹੂ ਲਹਾਨ ਹੋਏ ਪਏ ਨੇ, ਲਹੂ ਲਹਾਨ ਹੋਏ ਪਏ ਨੇ। ਬੁਰੀ ਹਾਲਤ ਹੈ ਭਾਈ ਬਚਿੱਤਰ ਸਿੰਘ ਦੀ, ਬੁਰੀ ਹਾਲਤ ਹੈ। ਮਹਾਰਾਜ ਨੇ ਵੇਖਿਆ ਤੇ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਭਾਈ ਬਚਿੱਤਰ ਸਿੰਘ ਨੂੰ ਚੁੱਕੋ, ਭਾਈ ਬਚਿੱਤਰ ਸਿੰਘ ਨੂੰ ਚੁੱਕੋ। ਤੇ ਮਹਾਰਾਜ ਪਿੰਡ ਕੋਟਲੇ ਚਲੇ ਗਏ। ਲਾਗੇ ਹੀ ਪਿੰਡ ਪੈਂਦਾ ਸੀ ਕੋਟਲਾ। ਕਿਹੜਾ ਪਿੰਡ ਪੈਂਦਾ ਜੀ? ਪਿੰਡ ਕੋਟਲਾ। ਮਹਾਰਾਜ ਕੋਟਲੇ ਪਿੰਡ ਚਲੇ ਗਏ। ਕੋਟਲੇ ਪਿੰਡ, ਇਹ ਪਿੰਡ ਕਿਹਦਾ ਹੈ ਜੀ? ਇਹ ਪਿੰਡ ਹੈ ਨਿਹੰਗ ਖਾਂ ਦਾ। ਇਹ ਪਿੰਡ ਕਿਹਦਾ ਹੈ? ਨਿਹੰਗ ਖਾਂ ਦਾ। ਸੁਲੇਮਾਨ ਖਾਨ, ਸੁਲੇਮਾਨ ਖਾਨ ਦਾ ਪੁੱਤ ਸੁਲਤਾਨ ਖਾਨ, ਸੁਲਤਾਨ ਖਾਨ ਦਾ ਪੁੱਤ ਸ਼ਮਸ਼ ਖਾਨ, ਸ਼ਮਸ਼ ਖਾਨ ਦਾ ਪੁੱਤ ਨਰੰਗ ਖਾਨ ਤੇ ਨਰੰਗ ਖਾਨ ਦਾ ਪੁੱਤ ਹੈ ਨਿਹੰਗ ਖਾਨ। ਨਰੰਗ ਖਾਨ ਦਾ ਪੁੱਤ ਹੈ ਨਿਹੰਗ ਖਾਨ। ਤੇ ਨਿਹੰਗ ਖਾਨ ਦੀ ਸਕੀ ਭੂਆ ਹੈ ਬੀਬੀ ਉਮਰੀ, ਜਿਹਦੇ ਬੱਚੇ ਨੇ ਭਾਈ ਗਣੀ ਖਾਂ ਤੇ ਭਾਈ ਨਬੀ ਖਾਂ। ਇਹ ਪ੍ਰਸੰਗ ਮੈਂ ਅੱਗੇ ਜਾ ਕੇ ਸਾਂਝਾ ਕਰਾਂਗਾ, ਇਹ ਪ੍ਰਸੰਗ ਮੈਂ ਅੱਗੇ ਜਾ ਕੇ ਸਾਂਝਾ ਕਰਾਂਗਾ। ਜਿੱਦਾਂ ਹੁਣ ਤੁਸੀਂ ਐਡੀ ਵੱਡੀ ਗਿਣਤੀ 'ਚ ਪਹੁੰਚੇ ਹੋ ਨਾ, ਜਿੱਦਾਂ ਤੁਸੀਂ ਹੁਣ ਐਡੀ ਵੱਡੀ ਗਿਣਤੀ 'ਚ ਪਹੁੰਚੇ ਹੋ, ਇੱਕ ਮੈਂ ਬੇਨਤੀ ਕਰਾਂਗਾ, ਜਿਹੜੇ ਕੱਲ ਦੁਪਹਿਰ ਦੇ ਦੀਵਾਨ ਨੇ ਉਹਨਾਂ ਵਿੱਚ ਵੀ ਜ਼ਰੂਰ ਪਹੁੰਚਿਓ। ਅਗਲੇਰੀ ਲੜੀ ਤਾਂ ਹੀ ਸਾਂਝੀ ਕਰਨ ਦਾ ਆਨੰਦ ਆਵੇਗਾ ਜੇ ਇੱਥੇ ਇਸੇ ਤਰ੍ਹਾਂ ਸੰਗਤ ਦਾ ਠਾਠਾ ਮਾਰਦਾ ਇਕੱਠ ਹੋਵੇਗਾ, ਹਾਲ ਭਰਿਆ ਹੋਵੇਗਾ। ਉਹ ਲੰਗਰ ਤੇ 364 ਦਿਨ ਖਾਣੇ ਹੀ ਆ, ਲੰਗਰ ਤੇ 364 ਦਿਨ ਖਾਣੇ ਹੀ ਆ। ਤੇ ਜੇ 364 ਦਿਨ ਦੇ ਵਿੱਚੋਂ ਇੱਕ ਦਿਨ ਅਸੀਂ ਆਪਣੇ ਮਨ ਨੂੰ ਆ ਸ਼ਬਦ ਰੂਪੀ ਖੁਰਾਕ ਖਵਾ ਦਈਏ, ਬਾਣੀ ਰੂਪੀ ਖੁਰਾਕ ਖਵਾ ਦਈਏ, ਇਤਿਹਾਸ ਰੂਪੀ ਖੁਰਾਕ ਖਵਾ ਦਈਏ, ਮਾਫ ਕਰਨਾ, ਹੋ ਸਕਦਾ ਹੈ ਉਹ ਲੰਗਰ ਖਾ ਕੇ ਅਸੀਂ ਨਾ ਰੱਜੀਏ, ਪਰ ਜੇ ਕਿਤੇ ਸਾਡੇ ਮਨ ਨੇ ਗੁਰੂ ਦਾ ਸ਼ਬਦ ਰੂਪੀ ਲੰਗਰ ਖਾ ਲਿਆ ਨਾ, ਤੇ ਸੱਚ ਜਾਣਿਓ ਜਿਉਂਦੇ ਜੀ ਰੱਜ ਜਾਵਾਂਗੇ। ਤ੍ਰਿਪਤ ਭਈ, ਬੋਲੋ ਜੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਕਹਿੰਦੇ ਬੰਦਾ ਤ੍ਰਿਪਤ ਹੋ ਜਾਂਦਾ ਜਦੋਂ ਸੱਚਾ ਭੋਜਨ ਮਿਲ ਜਾਂਦਾ, ਸੱਚਾ ਭੋਜਨ ਮਿਲ ਜਾਂਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਦੁਨਿਆਵੀ ਭੁੱਖਾਂ ਨਹੀਂ ਜਾਂਦੀਆਂ ਤੇ ਨਾ ਇਹ ਜਾਣੀਆਂ, ਇਹ ਤਾਂ ਹੀ ਜਾਣੀਆਂ ਜੇ ਗੁਰੂ ਦੇ ਸ਼ਬਦ ਦਾ ਅਸੀਂ ਆਪਣੇ ਮਨ ਵਿੱਚ ਵਸਾਵਾਂਗੇ, ਇਹਦੀ ਖੁਰਾਕ ਅਸੀਂ ਲਵਾਂਗੇ। ਜਿਹੜੀ ਬੇਨਤੀ ਕਰ ਰਿਹਾ, ਮਹਾਰਾਜ ਨਿਹੰਗ ਖਾਂ ਦੇ ਘਰ ਜਾਂਦੇ ਨੇ ਤੇ ਮਹਾਰਾਜ ਨਿਹੰਗ ਖਾਂ ਨੂੰ ਪਤਾ ਕੀ ਕਹਿੰਦੇ ਨੇ? ਨਿਹੰਗ ਖਾਂ ਬੜਾ ਪਿਆਰ ਕਰਦੇ ਜੀ ਗੁਰੂ ਸਾਹਿਬ ਨੂੰ। ਮਹਾਰਾਜ ਨਿਹੰਗ ਖਾਂ ਨੂੰ ਕਹਿੰਦੇ ਨੇ, ਨਿਹੰਗ ਖਾਂ ਬਚਿੱਤਰ ਸਿੰਘ ਮੇਰਾ ਪੁੱਤ ਹੈ, ਮੈਂ ਬੜਾ ਪਿਆਰ ਕਰਦਾ ਬਚਿੱਤਰ ਸਿੰਘ ਨੂੰ। ਬਚਿੱਤਰ ਸਿੰਘ ਮੇਰਾ ਪੁੱਤ ਹੈ ਤੇ ਨਿਹੰਗ ਖਾਂ ਮੈਂ ਬੜਾ ਪਿਆਰ ਕਰਦਾ, ਆਪਣੀ ਜਾਨ ਨਾਲੋਂ ਵੱਧ ਕੇ ਹਿਫਾਜ਼ਤ ਕਰੀ, ਆਪਣੀ ਜਾਨ ਨਾਲੋਂ ਵੱਧ ਕੇ ਹਿਫਾਜ਼ਤ ਕਰੀ ਬਚਿੱਤਰ ਸਿੰਘ ਦੀ। ਮਹਾਰਾਜ ਤੁਹਾਡੇ ਨਾਲ ਵਾਅਦਾ ਕਰਦਾ, ਵਾਅਦਾ ਕਰਦਾ। ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਅੰਦਰ ਲੈ ਗਿਆ। ਮਹਾਰਾਜ ਇੱਥੋਂ ਚਮਕੌਰ ਵੱਲ ਨੂੰ ਚਾਲੇ ਪਾ ਦਿੰਦੇ ਨੇ। ਕਿੱਧਰ ਨੂੰ ਚਾਲੇ ਪਾ ਦਿੰਦੇ ਨੇ? ਚਮਕੌਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਨੇ। ਹੁਣ ਮਹਾਰਾਜ ਬਚਿੱਤਰ ਸਿੰਘ ਨੂੰ ਨਿਹੰਗ ਖਾਂ ਦੇ ਘਰ ਛੱਡ ਕੇ ਜਾਂਦੇ ਨੇ। ਨਿਹੰਗ ਖਾਂ ਇੱਕ ਕਮਰੇ ਦੇ ਵਿੱਚ ਲਿਟਾ ਦਿੰਦਾ ਏ ਤੇ ਉੱਤੇ 5-7 ਚਾਦਰਾਂ ਦੇ ਦਿੰਦਾ ਏ, ਕੰਬਲ ਦੇ ਦਿੰਦਾ ਏ, ਕਿਉਂਕਿ ਲਹੂ ਲਹਾਨ ਹੋਇਆ ਸਾਰਾ ਸਰੀਰ ਭਾਈ ਬਚਿੱਤਰ ਸਿੰਘ ਦਾ। ਤੇ ਨਿਹੰਗ ਖਾਂ ਜਾਣਦਾ ਏ ਹਾਕਮ ਮੇਰੇ ਘਰ ਵਿੱਚ ਆਉਣਗੇ, ਪੁੱਛਣਗੇ, ਉਹਨਾਂ ਨੂੰ ਸੂਹ ਮਿਲ ਜਾਣੀ ਏ ਕਿ ਮਹਾਰਾਜ ਇੱਧਰ ਨੂੰ ਗਏ ਨੇ ਬਚਿੱਤਰ ਸਿੰਘ ਦੇ ਘਰ ਵੱਲ ਨੂੰ। ਉਹ ਗੱਲ ਹੋਈ, ਹਾਕਮ ਆਏ, ਦਰਵਾਜ਼ਾ ਖੜਕਾਇਆ, ਪੁੱਛਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਨਹੀਂ ਆਏ? ਕਹਿੰਦੇ ਨਹੀਂ ਆਏ। ਕਹਿੰਦੇ ਨਹੀਂ ਆਏ। ਉਹਨਾਂ ਦੇ ਨਾਲ ਸਿੰਘਤ ਨਹੀਂ ਆਏ? ਕਹਿੰਦੇ ਨਹੀਂ ਆਏ। ਤੇ ਹਾਕਮ ਕਹਿੰਦੇ ਉਹ ਕਮਰੇ ਵਿੱਚ ਕੌਣ ਲੰਮੇ ਪਿਆ? ਉਹ ਕਮਰੇ ਵਿੱਚ ਕੌਣ ਹੈ? ਤੇ ਕੋਟਲਾ ਨਿਹੰਗ ਖਾਂ ਕਹਿੰਦਾ
ਵੀ ਕਮਰੇ ਵਿੱਚ ਮੇਰਾ ਦਮਾਦ ਲੰਮੇ ਪਿਆ ਏ, ਮੇਰਾ ਜਵਾਈ ਲੰਮੇ ਪਿਆ, ਮੇਰਾ ਦਮਾਦ ਲੰਮੇ ਪਿਆ। ਜਦੋਂ ਆਹ ਗੱਲ ਕਹੀ ਨਾ, ਤੇ ਨਿਹੰਗ ਖਾਂ ਦੀ ਇੱਕ ਧੀ, ਜਿਸ ਧੀ ਦਾ ਨਾਂ ਬੀਬੀ ਮਮਤਾਜ। ਕੀ ਨਾਂ ਜੀ ਧੀ ਦਾ? ਬੋਲ ਕੇ ਦੱਸੋ ਭੈਣੋ, ਕੀ ਨਾਂ ਧੀ ਦਾ? ਬੀਬੀ ਮਮਤਾਜ। ਤੇ ਕਿਹਦੀ ਧੀ ਹੈ? ਕੋਟਲਾ ਨਿਹੰਗ ਖਾਂ ਦੀ ਧੀ। ਤੇ ਪਤਾ ਕਿੰਨੀ ਉਮਰ ਭੋਗੀ ਬੀਬੀ ਮਮਤਾਜ ਨੇ? 131 ਸਾਲ ਉਮਰ। 131 ਸਾਲ ਉਮਰ ਬੀਬੀ ਮਮਤਾਜ ਨੇ ਭੋਗੀ, ਬੀਬੀ ਮਮਤਾਜ ਨੇ। ਤੇ ਉਸ ਸਮੇਂ ਜਦੋਂ ਦੀ ਮੈਂ ਗੱਲ ਕਰ ਰਿਹਾ, ਉਸ ਸਮੇਂ ਬੀਬੀ ਮਮਤਾਜ ਬੱਸੀ ਪਠਾਣਾ ਦੇ ਪਠਾਨ ਨਾਲ ਮੰਗੀ ਹੋਈ ਹੈ। ਬੱਸੀ ਪਠਾਣਾ ਦੇ ਪਠਾਨ ਨਾਲ ਇਹਦੀ ਅੰਗੇਜਮੈਂਟ ਹੋਈ ਹੈ, ਮੰਗੀ ਹੋਈ ਹੈ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਜਦੋਂ ਆਹ ਗੱਲ ਕਹੀ ਨਾ ਨਿਹੰਗ ਖਾਂ ਨੇ ਵੀ ਮੇਰਾ ਦਮਾਦ ਅੰਦਰ ਸੁੱਤਾ ਏ, ਕੰਨਾਂ ਵਿੱਚ ਬੋਲ ਪੈ ਗਏ। ਮਮਤਾਜ ਦੇ ਕੰਨਾਂ ਵਿੱਚ ਬੋਲ ਪੈ ਗਏ। ਉਸੇ ਦਿਨ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ। ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ। ਬਚਿੱਤਰ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਅਗਲੇ ਦਿਨ। ਬਚਿੱਤਰ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦਾ ਏ। ਤੇ ਮੈਂ ਇਹ ਗੱਲ ਕਲੀਅਰ ਕਰ ਦਵਾਂ, ਨਿਹੰਗ ਖਾਂ ਆਪਣੀ ਧੀ ਦੇ ਨਾਲ ਵਿਆਹ ਦੀ ਗੱਲ ਕਰਦਾ ਵੀ ਧੀਏ ਤੇਰਾ ਵਿਆਹ ਕਰਦੀ। ਹੁਣ ਬੱਸੀ ਪਠਾਣਾ ਵਾਲੇ ਕਹਿ ਰਹੇ ਨੇ ਵੀ ਹੁਣ ਤੁਸੀਂ ਵਿਆਹ ਕਰ ਦਿਓ। ਤੇ ਧੀ ਕਹਿੰਦੀ ਏ ਪਿਤਾ ਜੀ ਕਿਹੜਾ ਵਿਆਹ? ਪਿਤਾ ਜੀ ਕਿਹੜਾ ਵਿਆਹ? ਕਿਹੜੇ ਵਿਆਹ ਦੀ ਗੱਲ ਕਰ ਰਹੇ ਹੋ? ਜਦੋਂ ਤੁਸੀਂ ਕਿਹਾ ਸੀ ਨਾ ਮੇਰਾ ਦਮਾਦ ਅੰਦਰ ਸੁੱਤਾ, ਮੇਰੀ ਧੀ ਦਾ ਪਤੀ ਅੰਦਰ ਸੁੱਤਾ, ਤੇ ਮੈਂ ਤੇ ਉਸੇ ਦਿਨ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ। ਕੀ ਹੋਇਆ? ਮੇਰਾ ਪਤੀ ਸ਼ਹੀਦ ਹੋ ਗਿਆ। ਮੈਂ ਬਚਿੱਤਰ ਸਿੰਘ ਦੀ ਵਿਧਵਾ ਬਣ ਕੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰਾਂਗੀ, ਆਪਣਾ ਸਾਰਾ ਜੀਵਨ ਬਤੀਤ ਕਰਾਂਗੀ। ਇਤਿਹਾਸ ਕਹਿੰਦਾ 131 ਸਾਲ ਉਮਰ ਭੋਗੀ ਬੀਬੀ ਮਮਤਾਜ ਨੇ ਆਪਣੇ ਜੱਤ ਨੂੰ, ਆਪਣੇ ਸੱਤ ਨੂੰ, ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖਿਆ। ਕਦੀ ਦਾਗੀ ਨਹੀਂ ਹੋਣ ਦਿੱਤਾ, ਭਾਗਾਂ ਵਾਲਿਓ, ਪਤੀ ਪਤਨੀ ਦੋ ਸਰੀਰਾਂ ਦਾ ਨਾਮ ਨਹੀਂ। ਇਹ ਨਹੀਂ ਵੀ ਇੱਧਰ ਔਰਤ ਬੈਠੀ ਹੈ, ਇੱਧਰ ਮਰਦ ਬੈਠਾ ਹੈ, ਵਿਆਹ ਹੋਇਆ ਤੇ ਅਸੀਂ ਕਵਾਂਗੇ ਪਤੀ ਪਤਨੀ ਬੈਠੇ ਨੇ। ਨਹੀਂ, ਮਾਫ ਕਰਨਾ ਮੈਨੂੰ, ਬਾਬੇ ਦੀ ਬਾਣੀ ਨੂੰ ਪੁੱਛੋ। ਹਰ ਫੈਸਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲੋਂ ਲਓ, ਕਿਸੇ ਪਖੰਡੀ ਸਾਧ ਕੋਲੋਂ ਫੈਸਲੇ ਨਾ ਲਓ। ਜੇ ਫੈਸਲੇ ਲੈਣੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੋਲੋਂ ਲਓ। ਜੇ ਕੋਈ ਗੱਲ ਨਹੀਂ ਸਮਝ ਲੱਗਦੀ ਤੇ ਬਾਬੇ ਦੀ ਬਾਣੀ ਨੂੰ ਪੁੱਛੋ, ਬਾਬਾ ਜੀ ਇੱਥੇ ਸਮਝ ਨਹੀਂ ਆ ਰਹੀ, ਸਾਨੂੰ ਦੱਸੋ। ਮੈਂ ਕਹਿੰਦਾ ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਮੇਰੇ ਬਾਬੇ ਦੀ ਬਾਣੀ ਨਹੀਂ ਦਿੰਦੀ। ਕੋਈ ਦੁਨੀਆ ਦਾ ਮੈਨੂੰ ਪੜਿਆ ਲਿਖਿਆ ਲੱਭ ਕੇ ਲਿਆ ਦਿਓ ਜਿਹੜਾ ਆਹ ਗੱਲ ਕਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਹ ਗੱਲ ਨਹੀਂ ਹੈਗੀ। ਹਰ ਟੌਪਿਕ ਦੇ ਉੱਤੇ ਮਹਾਰਾਜ ਨੇ ਗੱਲ ਕੀਤੀ ਹੈ, ਹਰ ਟੌਪਿਕ ਦੇ ਉੱਤੇ। ਪਰ ਸਾਨੂੰ ਪਤਾ ਕਿੱਥੋਂ ਲੱਗਣਾ? ਪਤਾ ਤੇ ਤਾਂ ਲੱਗੇਗਾ ਨਾ ਜੇ ਬਾਣੀ ਪੜਾਂਗੇ। ਬਾਣੀ ਦੇ ਤੇ ਅਸੀਂ ਕੋਲ ਵੀ ਨਹੀਂ ਜਾਂਦੇ। ਮਾਫ ਕਰਨਾ, ਸਾਰੇ ਨਹੀਂ, ਭਾਗਾਂ ਵਾਲੇ ਨੇ ਉਹ। ਸਿਰ ਝੁਕਦਾ ਮੇਰਾ ਉਹਨਾਂ ਦੇ ਅੱਗੇ ਜਿਹੜੇ ਬਾਣੀ ਪੜ੍ਹਦੇ ਨੇ, ਜਿਹੜੇ ਸਹਿਜ ਪਾਠ ਕਰਦੇ ਨੇ। ਇੱਕ ਬੇਨਤੀ ਕਰਾਂ ਜੀ, ਮੈਂ ਆਪਣੇ ਬਾਰੇ ਦੱਸਣ ਲੱਗਾ। ਆਪਣੇ ਬਾਰੇ ਸਹਿਜ ਪਾਠ ਕਰਿਆ ਕਰੋ। ਜਦੋਂ ਤੁਸੀਂ ਘਰਾਂ 'ਚ ਪੋਥੀਆਂ ਰੱਖ ਕੇ ਸਹਿਜ ਪਾਠ ਕਰੋਗੇ ਨਾ, ਏਦਾਂ ਦੇ ਗੁਰਬਾਣੀ 'ਚ ਸ਼ਬਦ ਆਉਣਗੇ, ਜੀ ਪਤਾ ਕੀ ਕਰਦਾ ਏ ਵੀ ਬਸ ਉਹ ਸ਼ਬਦ ਪੜ੍ਹੀ ਜਾਈਏ, ਅੱਗੇ ਤੁਰੀਏ ਹੀ ਨਾ। ਬਸ ਆਹ ਸ਼ਬਦ ਪੜ੍ਹੀ ਜਾਈਏ ਵੀ ਅੱਗੇ ਤੁਰੀਏ ਹੀ ਨਾ। ਸਾਧ ਸੰਗਤ, ਏਦਾਂ ਦੇ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਨੇ। ਤੇ ਜੇ ਅਸੀਂ ਧਿਆਨ ਨਾਲ ਬਾਣੀ ਪੜਾਂਗੇ ਫਿਰ ਸਾਨੂੰ ਸਮਝ ਲੱਗੇਗੀ। ਪਤੀ ਪਤਨੀ ਕੌਣ ਨੇ? ਪੁੱਛੋ ਮਹਾਰਾਜ ਨੂੰ। ਮਹਾਰਾਜ ਦੋ ਸਰੀਰ ਬੈਠੇ ਨੇ, ਔਰਤ ਮਰਦ, ਪਤੀ ਪਤਨੀ ਨੇ। ਮਹਾਰਾਜ ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਧੰਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਏ ਸੋਏ। ਪਤੀ ਪਤਨੀ ਸੋਚ ਦਾ ਨਾਮ ਹੈ, ਸੋਚ ਦਾ ਨਾਮ ਹੈ ਪਤੀ ਪਤਨੀ। ਸੋਚ ਇੱਕ ਹੋਣੀ ਚਾਹੀਦੀ ਹੈ, ਇੱਕ, ਫਿਰ ਪਤੀ ਪਤਨੀ ਬਣਨਗੇ। ਪਤੀ ਪਤਨੀ ਵਿਚਾਰ ਦਾ ਨਾਮ ਹੈ, ਪਤੀ ਪਤਨੀ ਸਿਧਾਂਤ ਦਾ ਨਾਮ ਹੈ।
ਪਤੀ ਪਤਨੀ ਇੱਕ ਦੂਜੇ ਨੂੰ ਸਮਝ ਕੇ ਚੱਲਣ ਦਾ ਨਾਮ ਹੈ, ਇੱਕ ਦੂਜੇ ਨੂੰ ਸਮਝ ਕੇ ਚੱਲਣ ਦਾ, ਇੱਕ ਦੂਜੇ ਦੇ ਦੁੱਖ ਨੂੰ ਆਪਣਾ ਸਮਝਣਾ, ਇੱਕ ਦੂਜੇ ਦੇ ਪਰਿਵਾਰਾਂ ਦੇ ਦੁੱਖ ਨੂੰ ਆਪਣਾ ਸਮਝਣਾ। ਇਹ ਨਹੀਂ ਮੇਰੀ ਮਾਂ ਬਿਮਾਰ ਹੈ, ਮਾਂ ਬਿਮਾਰ ਹੈ, ਜੇ ਸੱਸ ਬਿਮਾਰ ਹੈ ਤੇ ਕੋਈ ਗੱਲ ਨਹੀਂ। ਨਹੀਂ ਭਾਗਾ ਵਾਲਿਓ, ਇਹ ਗੱਲਾਂ ਨਹੀਂ, ਇਹ ਗੱਲਾਂ ਨਹੀਂ। ਮਹਾਰਾਜ ਕਹਿੰਦੇ ਪਤੀ ਪਤਨੀ ਸੋਚ ਇੱਕ ਹੋ ਜਾਵੇ, ਵਿਚਾਰ ਇੱਕ ਹੋ ਜਾਵੇ, ਸਾਡੀ ਜਿਹੜੀ ਸਾਡੇ ਥੌਟ ਨੇ ਉਹ ਇੱਕ ਹੋ ਜਾਣ। ਜੇ ਪਤੀ ਕਹਿੰਦੀ ਹੈ ਗੁਰਦੁਆਰੇ ਜਾਣਾ, ਪਤੀ ਕਹਿੰਦਾ ਮੈਂ ਵੀ ਜਾਣਾ। ਪਤਨੀ ਕਹਿੰਦੀ ਸਰਦਾਰ ਜੀ ਅੰਮ੍ਰਿਤ ਛਕ ਲਈਏ, ਪਤਾ ਨਹੀਂ ਕਿੱਦਣ ਮਰ ਜਾਣਾ, ਕਿੱਦਣ ਮੌਤ ਆ ਜਾਣੀ। ਪਤੀ ਕਹਿੰਦਾ ਚੱਲ ਚੱਲ ਭਾਗਵਾਨੇ ਚੱਲੀਏ, ਦੇਰੀ ਕਿਉਂ ਲਾਉਣੀ ਹੈ। ਆ ਇਹ ਪਤੀ ਪਤਨੀ, ਆ ਇਹ ਪਤੀ ਪਤਨੀ। ਤੇ ਧਿਆਨ ਦੇਣਾ ਜੀ, ਮੁਮਤਾਜ਼ ਨੇ ਆਪਣਾ ਪਤੀ ਬ੍ਰਤਾ ਪਤਨੀ ਬ੍ਰਤਾ ਧਰਮ ਨਿਭਾਇਆ, ਭਾਵੇਂ ਪਤੀ ਸ਼ਹਾਦਤ ਦਾ ਜਾਮ ਪੀ ਗਿਆ। ਤੇ ਇਥੋਂ ਗੁਰੂ ਸਾਹਿਬ ਫਿਰ ਚਮਕੌਰ ਦੀ ਗੜੀ ਵੱਲ ਨੂੰ ਜਾਂਦੇ ਨੇ। ਦਤਾਰ ਪਾਤਸ਼ਾਹ ਚਮਕੌਰ ਦੀ ਜਦੋਂ ਗੜੀ ਵੱਲ ਨੂੰ ਜਾਂਦੇ ਨੇ, ਅੱਗੇ ਕੀ ਕੁਝ ਹੋਇਆ ਸਾਰਾ ਜਿਹੜਾ ਚਮਕੌਰ ਦੀ ਗੜੀ ਦਾ ਇਤਿਹਾਸ ਹੈ ਨਾ, ਇੰਨਾ ਪਿਆਰਾ ਇਤਿਹਾਸ ਹੈ, ਸੁਣਨ ਵਾਲਾ ਇਤਿਹਾਸ ਹੈ, ਸਰਵਣ ਕਰਨ ਵਾਲਾ ਇਤਿਹਾਸ ਹੈ। ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਇਹ ਜਿਹੜਾ ਇਤਿਹਾਸ ਹੈ ਨਾ, ਇਹ ਪੂਰੀ ਲੜੀ ਚਮਕੌਰ ਦੀ ਗੜੀ ਦੇ ਅੰਦਰ ਜਾਣ, ਚਮਕੌਰ ਦੀ ਗੜੀ ਦੇ ਅੰਦਰ ਜਾਣ ਤੇ ਚਮਕੌਰ ਦੀ ਗੜੀ ਛੱਡਣ ਤੱਕ ਦਾ ਜਿਹੜਾ ਇਤਿਹਾਸ ਹੈ, ਉਹ ਕੱਲ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਮੈਂ ਸਾਂਝਾ ਕਰਨਾ। ਕੱਲ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਮੈਂ ਸਾਂਝਾ ਕਰਨਾ। ਇੱਥੋਂ ਧੰਨ ਬੈਠੋ ਸਾਧ ਸੰਗਤ, ਬੈਠੋ। ਜਿਹੜੀ ਬੇਨਤੀ ਕਰਨ ਲੱਗਾ ਧਿਆਨ ਨਾਲ ਸਰਵਣ ਕਰਿਓ। ਅਜੇ ਮੈਂ ਫਤਿਹ ਨਹੀਂ ਬੁਲਾਤੀ, ਅਜੇ ਮੈਂ ਫਤਿਹ ਨਹੀਂ ਬੁਲਾਈ, ਮੈਂ ਅਜੇ 2-4 ਮਿੰਟ ਲਾਉਣੇ ਨੇ, ਜਿਹੜੀਆਂ ਮੈਂ ਬੇਨਤੀਆਂ ਕਰਨੀਆਂ, ਧਿਆਨ ਨਾਲ ਸਰਵਣ ਕਰਿਓ। ਇੱਥੋਂ ਫਿਰ ਸਤਿਗੁਰੂ ਪਾਤਸ਼ਾਹ ਚਮਕੌਰ ਦੀ ਗੜੀ ਦੇ ਕੋਲ ਜਾਂਦੇ ਨੇ ਤੇ ਜੋਗੀ ਅੱਲਾ ਯਾਰ ਖਾਂ ਇੱਥੇ ਬੜੇ ਪਿਆਰੇ ਬਚਨ ਲਿਖਦਾ ਹੈ। ਆਹ ਬਚਨ ਸਾਂਝੇ ਕਰਕੇ ਮੈਂ ਫਤਿਹ ਬੁਲਾਉਣ ਲੱਗਾ। ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਵੀ ਭਾਈ ਦਇਆ ਸਿੰਘ ਮਹਾਰਾਜ ਨੂੰ ਪੁੱਛਦੇ ਨੇ, ਮਹਾਰਾਜ ਕਿੱਥੇ ਆਏ ਆ, ਕਿੱਥੇ ਲੈ ਆਏ ਹੋ? ਤੇ ਮਹਾਰਾਜ ਜਵਾਬ ਦਿੰਦੇ ਨੇ, ਜਿਸ ਖਿੱਤੇ ਮੇਂ ਹਮ ਕਹਤੇ ਥੇ ਜਾਣਾ ਜੇ ਵਹੀ ਹੈ। ਭਾਈ ਦਇਆ ਸਿੰਘ ਜੀ, ਇਹ ਉਹ ਜਗ੍ਹਾ ਏ ਜਿੱਥੇ ਅਸੀਂ ਆਉਣਾ ਸੀ, ਇੱਥੇ ਅਸੀਂ ਆਉਣਾ ਸੀ, ਆਉਣਾ ਸੀ ਇੱਥੇ ਅਸੀਂ। ਜਿਸ ਖਿੱਤੇ में हम कहते थे आना ये वही है, लुट कर कल जिस जगह से जाना ये वही है। ये ओ जगह है जिथे गुरु गोबिंद सिंह ने अपना सारा कुछ लुटा देना, सारा कुछ लुटा देना। एक बेनती करा जी, मैं तुहानू पुछांगा, तुसी जवाब दिओ। साडी फैमिली, साडा परिवार साडे नाल है, सानू ये पता लग जाए भी जिथे असी जा रहे हैं कल्ला मैं ही बचना ते मेरा परिवार सारा ही खत्म हो जाना, बोल के दसो उत्थे जावांगे जी? क्यों भागां वाले बोलो, आवाज कड्डो, आवाज मूंहों, जावांगे जी उत्थे? नहीं जावांगे, उत्थे नहीं जावांगे। पर महाराज जानते ने, महाराज जानते ने। और मैं नहीं कहता जोगी अल्लाह यार कहता मुसलमान है, मुसलमान मुसलमान है वो। ते जोगी अल्लाह यार खा कहता भी कल लुट कर जिस जगह से जाना ये वही है, जिस जहां पे है बच्चों को कटाना ये वही है, माटी कह देती है जे ठिकाना वही है। इथे मैं कल इथे मैं कल नूं अपने दोवें लाल शहीद करा जाने ने, मेरे 40 सिंह शहीद हो जाने ने, सारा कुछ मेरा लुटिया जाना है ते सारा कुछ लुटा के गुरु गोबिंद सिंह साहब ने चले जाना है। भागां वाले सारा कुछ मेरा बापू जानदा सी, पर मेरा बापू उत्थे गया किहदी खातर? साडी खातर गया, साडी खातर। इन्ने भी ऐश प्रस्ती दे विच आ एक चल पिया जी मॉडर्न जमाना। नहीं भागां वाले हर सिख मॉडर्न है, हर सिख कहने ना गुरु साहब बड़े सोहने ने। क्यों कहते हैं ना गुरु साहब बड़े सोहने, गुरु गोबिंद सिंह साहब बड़े सोहने? मैं नहीं कहता, जोगी अल्लाह यार खां कहता। की कहता है वो? कहता इंसाफ करे जी में जमाना तो यकीन है, कह दो कि गोबिंद सिंह का सानी ही नहीं है। जे प्यार मुरीदों से जे शफकत भी कहीं है, भक्ति में गुरु अर्श संसार जमी है। उल्फत के जे जज्बे कहीं देखे नहीं हमने, है देखना दूर की बात कभी सुने नहीं हमने। करतार की सुगंध है, बा नानक की कसम है, जितनी तारीफ हो गुरु गोबिंद सिंह की उतनी ही कम है। हर चंद मेरे हाथ में परजोर की कलम है, सतगुर के लिखूं वसफ कहां ताबे रकम है। एक आंख से क्या बुलबुला
कुल बहर को देखे, साहिल को मंझ धार को, जां लहर को देखे। जोगी अल्लाह यार खां एक मुसलमान कहंदा ओ दुनिया दे लोको ना ते गुरु गोबिंद सिंह वर्गा कोई आया है ते ना रहिंदी दुनिया तक कोई गुरु गोबिंद सिंह वर्गा इस संसार दे उत्ते आउणा है। इन्ने प्यारे ने गुरु गोबिंद सिंह साहब ते जिद्दां दा साडा गुरु उदां दा ही साडे गुरु ने सानू बनाया। ते जे साडा गुरु सोहना ते फिर सिख भी सोहना। जिद्दां दी परसनैलिटी गुरु साहब ने अपनी धी नूं ते अपने पुੱਤ ਨੂੰ ਦਿੱਤੀ है ना, बीबी नूं ते वीर नूं ਦਿੱਤੀ है ना, इदां दी परसनैलिटी कितों नहीं जे मिलनी। कौर शब्द लाया, कौर। कौर दा मतलब पता की हुंदा? कौर दा मतलब क्वीन, राणी, महाराणी। महाराणी मैं कहना इंग्लैंड की कोई महाराणी मरी ते भाजना पै गई इंग्लैंड वाले नूं भी एलिजाबेथ मर गई, 95-96 साल उम्र भोग के मरी। ते साडी ते हर धी महाराणी आ, साडी ते हर धी महाराणी आ, हर भैन नूं महाराज ने महाराणी बनाया। ते सानू महाराज ने सिंह का खिताब दिता। सिंह मतलब शेर, ते शेर किसी की गुलामी नहीं जे करता। आ बड़ा जोर लाया जा रहा जी भारतीय हुकूमत वालों भी किसी ना किसी तरीके दे नाल इन्हां नूं पिंजरे च ताड़ दईए। पर मैं बेनती करनी चाहुंदा, लाइव चल रहा है भागां वालिओ, बाज विच ते सिख विच कोई फर्क नहीं। बाज नूं तुसीं किसी पिंजरे च ताड़ दोगे ना, जां ते पिंजरा तोड़ देवेगा ते जां मर जावेगा, जां पिंजरा तोड़ देवेगा जां मर जावेगा। बाज किसी का गुलाम नहीं हुंदा। भागां वालिओ, सिख बाज है। जे गुलाम बनाओगे ना, गुलाम कहोगे भी पैर की जुत्ती थले रखना सिखां नूं, गुलाम बनाओगे जां ते मर जावांगे ते जां गुलामी दियां जंजीरां तोड़ के, गुलामी दियां जंजीरां तोड़ के महाराजा रणजीत सिंह वाला खालसा राज वापस लवांगे। महाराजा रणजीत सिंह वाला और वो राज भाग महाराजा रणजीत सिंह वाला राज भाग पूरी दुनिया च बनेगा, पूरी दुनिया च। ध्यान देना साध संगत, गुरु दे सिख बनिए, अमृतधारी होइए, गुरु वाले बनिए, रब की भगती करिए, परमात्मा की भगती करिए। सब तो प्यारी परसनैलिटी धन गुरु गोबिंद सिंह साहब ने अपनियां धीआं नूं ते अपने पुत्तरां नूं दित्ती है। जदों कोई भैन दमाला सजाउंदी है, वो भैन बड़ी प्यारी लगदी है। उहदे चों गुरु गोबिंद सिंह साहब दे दर्शन हुंदे ने, माता साहिब कौर दे दर्शन हुंदे ने। ते जदों कोई वीर भरा साबत सूरत दस्तार सजा के बाहर निकलदा है ते उहदे विचों बापू दे दर्शन हुंदे। किसी बादशाह नालों घट नहीं लगदा। अज कहंदे जी कौम नूं खतरा, बड़ा रौला पाया जाता कौम नूं खतरा। एक बेनती कह के मैं नाल ही फतेह बुला देनी, 3 दातां साਂਭ लओ, 3 दातां, 3 दातां साਂਭ लओ। 3 दातां किहड़ियां? हिरदे विच गुरबाणी दी विचार, सिर ते दस्तार ते कौम दा आपसी प्यार। जे ये 3 दातां साਂਭ लियां, पूरी दुनिया एक पासे हो जावे, साडा कोई वाल विंगा नहीं कर सकदा, साडा कोई वाल विंगा नहीं कर सकदा। इस जिथे भी सिख भाईचारा रहिंदा, भाई अपना प्यार बना के रखिया करो। साहिबजादियां दा शहीदी दिहाड़ा मना रहे हैं, जीवन उन्हां वर्गा बनाइए, चढ़दी कला च रहिए, सोहना जीवन जीवीए, सोहनी जिंदगी जीवीए। पता नहीं कदों इस संसार तो चले जाना, कदों सद्दा आ जाना, कदों बुलावा आ जाना, सारा कुछ इत्थे ही रह जाना। इस करके रब की भगती करिए, परमात्मा की भगती करिए। वाहिगुरू सारिआं नूं चढ़दी कला बख्शण, चढ़दी कला च रहो। कथा करदे आ, गुरमत दी विचार करदे, एक नहीं बेअंत भुल्लां गलतियां होईयां। मैं कोई बहुता वड्डा कथावाचक नहीं, जिन्नी क बाबे ने सोझी दित्ती तुहाडे नाल विचारां दी सांझ पाई। जे कोई इहो जी गल निकल गई होवे मूंहों जिहड़ी तुहानूं ना चंगी लगी होवे, संगत बख्शण जोग है, गुरु साहब बख्शण जोग है। फतेह प्रवान करो जी। वाहिगुरू जी का खालसा, वाहिगुरू जी की